ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਗੁਰੂ ਕੀ ਸਾਧ ਸੰਗਤ ਜੀ, ਆਤਮਿਕ ਗਿਆਨ ਬਾਰੇ ਕੁਝ ਬਚਨ ਸਰਵਣ ਕਰੋ। ਜਿਤਨੀ ਦੇਰ ਤੱਕ ਇਹ ਅਗਿਆਨ ਵਸ ਹੋ ਕੇ ਆਪਣੇ ਆਪ ਨੂੰ ਬਜਾਏ ਆਤਮਾ ਦੇ ਸਰੀਰ ਮੰਨਦਾ ਰਿਹਾ, ਮਨ ਅਸ਼ਾਂਤ ਤੇ ਦੁਖੀ ਰਿਹਾ। ਪਰ ਜਦੋਂ ਤੋਂ ਗੁਰੂ ਦੀ ਮਿਹਰ ਦੁਆਰਾ ਅਸਲੀ ਸਰੂਪ ਨੂੰ ਜਾਣਿਆ ਹੈ, ਉਸੀ ਵਕਤ ਤੋਂ ਹੀ ਦੇਹ ਦੇ ਸਾਰੇ ਧਰਮਾਂ ਤੋਂ ਨਿਆਰਾ ਔਰ ਪਰਮਾਨੰਦ ਜਨਮ ਮਰਨ ਤੋਂ ਰਹਿਤ ਜਾਣ ਕੇ ਇਸ ਨਾਸ਼ਵੰਤ ਸਰੀਰ ਤੋਂ ਇਹ ਜੀਵ ਉੱਚਾ ਵਿਚਰਦਾ ਹੈ। ਸ਼ਾਂਤੀ ਔਰ ਅਸ਼ਾਂਤੀ ਤਾਂ ਦੋਨੋਂ ਹੀ ਮਨ ਦੇ ਸੁਭਾਅ ਹਨ। ਆਤਮਾ ਤਾਂ ਦੋਨਾਂ ਦਾ ਹੀ ਦ੍ਰਿਸ਼ਟਾ ਹੈ। ਜਿਵੇਂ ਇੱਕ ਕਾਗਜ਼ ਪਰ ਦੋ ਤਸਵੀਰਾਂ ਹਨ, ਇੱਕ ਖੜੇ ਘੋੜੇ ਦੀ, ਇੱਕ ਨੱਠੇ ਜਾਂਦੇ ਘੋੜੇ ਦੀ, ਪਰ ਕਾਗਜ਼ ਤਾਂ ਦੋਨਾਂ ਦਾ ਸਾਖੀ ਹੈ। ਆਤਮਾ ਦਾ ਸਰੂਪ ਨਿਰਵਿਕਲਪ ਹੈ ਔਰ ਸਮਾਦ ਰੂਪ ਹੈ ਔਰ ਦੇਹ ਤੋਂ ਨਿਆਰਾ ਹੈ, ਵਧੇਹ ਹੈ। ਮਨੁੱਖ ਸਰੀਰ ਵਿੱਚ ਆ ਕੇ ਜੀਵ ਆਤਮਾ ਨੂੰ ਸੇਵਾ ਭਗਤੀ ਗਿਆਨ ਦੁਆਰਾ ਆਪੇ ਦੀ ਪਛਾਣ ਕਰਕੇ ਪਰਮ ਸੁਖੀ ਹੋਣ ਦਾ ਸੁਨਹਿਰੀ ਮੌਕਾ ਹੈ। ਸਰੀਰ ਦੇ ਹੁੰਦਿਆਂ ਜੀਵਨ ਮੁਕਤੀ ਦਾ ਆਨੰਦ ਲੈਣਾ ਔਰ ਦੂਸਰੇ ਅਧਿਕਾਰੀ ਜਨਾਂ ਨੂੰ ਆਤਮ ਸੂਝ ਦੇਣੀ ਔਰ ਸਰੀਰ ਦੀ ਆਯੂ ਪੂਰੀ ਹੋਣ ਤੋਂ ਬਾਅਦ ਸਦਾ ਵਾਸਤੇ ਹੀ ਵਧੇਹ ਮੁਕਤ ਅਵਸਥਾ ਵਿੱਚ ਅਸਥਿਤ ਹੋ ਜਾਣਾ ਪਰਮ ਪ੍ਰਸ਼ਾਰਥ ਹੈ। ਦੇਹ ਔਰ ਆਤਮਾ ਦਾ ਸੰਬੰਧ ਐਸਾ ਹੈ ਜੈਸਾ ਕਿ ਘੋੜੇ ਔਰ ਸਵਾਰ ਦਾ ਹੁੰਦਾ ਹੈ। ਸਵਾਰ ਨੂੰ ਘੋੜਾ ਕੁਝ ਸਮੇਂ ਵਾਸਤੇ ਮਿਲਿਆ ਹੁੰਦਾ ਹੈ, ਕਾਰਜ ਦੀ ਸਿੱਧੀ ਵਾਸਤੇ। ਜੀਵ ਆਤਮਾ ਨੂੰ ਜਿਸਮ ਰੂਪੀ ਘੋੜਾ, ਸਰੀਰ ਰੂਪੀ ਘੋੜਾ ਕੁਝ ਸਮੇਂ ਵਾਸਤੇ ਹੀ ਮਿਲਿਆ ਹੈ। ਵਾਹਿਗੁਰੂ ਰੂਪੀ ਮਾਲਕ ਨੇ ਉਮਰ ਪੂਰੀ ਹੋਣ ਪਰ ਵਾਪਸ ਲੈ ਲੈਣਾ ਹੈ। ਉਸ ਤੋਂ ਪਹਿਲਾਂ ਹੀ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਣੀ ਚਾਹੀਦੀ ਹੈ। ਜੰਮਣ ਮਰਨ ਹੁਕਮ ਹੈ, ਭਾਣੇ ਆਵੇ ਜਾਏ। ਕੱਲੇ ਆਵੇ ਨਾਨਕਾ, ਸੱਦੀ ਉੱਠੇ ਜਾਏ। ਦੇਹ ਪਹਿਲਾਂ ਉਦਰ ਵਿੱਚ, ਫਿਰ ਜਨਮ, ਬਚਪਨ, ਜਵਾਨੀ, ਬੁਢੇਪਾ ਅਵਸਥਾ ਬਦਲਦੀ ਹੋਈ ਮ੍ਰਿਤੂ ਹੋ ਜਾਂਦੀ ਹੈ। ਪਰ ਆਤਮਾ ਨਿਰਾਕਾਰ ਹੋਣ ਕਰਕੇ ਇਹਨਾਂ ਦਾ ਦੇਖਣ ਹਾਰਾ ਹੈ। ਇਹਨਾਂ ਅਵਸਥਾਵਾਂ ਦਾ ਦ੍ਰਿਸ਼ਟਾ ਹੋ ਕੇ ਸਾਰੀ ਖੇਲ ਦੇਖਦਾ ਰਹਿੰਦਾ ਹੈ ਔਰ ਸਰੀਰ ਦੀ ਉਮਰ ਪੂਰੀ ਹੋਣ ਪਰ ਇਸ ਨੂੰ ਇਉਂ ਛੱਡ ਦਿੰਦਾ ਹੈ ਜਿਵੇਂ ਸੱਪ ਕੁੰਜ ਨੂੰ ਛੱਡ ਕੇ ਬਾਂਡੇ ਹੋ ਜਾਂਦਾ ਹੈ ਔਰ ਉਸ ਵੱਲ ਦੇਖਦਾ ਵੀ ਨਹੀਂ। ਵਾਹਿਗੁਰੂ ਨੂੰ ਆਪਣੇ ਅੰਦਰ ਹੀ ਖੋਜਣਾ ਪੈਂਦਾ ਹੈ। ਵਾਹਿਗੁਰੂ ਹਰ ਸਰੀਰ ਦੇ ਅੰਦਰ ਹੀ ਬਿਰਾਜਮਾਨ ਹੈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਵਾਹਿਗੁਰੂ ਦਾ ਮਿਲਾਪ ਮਨ ਦੀ ਸ਼ੁੱਧੀ ਔਰ ਇਕਾਗਰਤਾ ਸਾਥ ਹੁੰਦਾ ਹੈ। ਸੇਵਾ ਤੇ ਸਿਮਰਨ ਦੁਆਰਾ ਹੀ ਮਨ ਨੂੰ ਸ਼ੁੱਧੀ ਔਰ ਇਕਾਗਰਤਾ ਦੀ ਪ੍ਰਾਪਤੀ ਹੁੰਦੀ ਹੈ। ਸੇਵਾ ਔਰ ਭਗਤੀ ਮਹਾਂਪੁਰਖਾਂ ਦੀ ਅਤੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਹੋਇਆ ਕਰਦੀ ਹੈ। ਵਾਹਿਗੁਰੂ ਦੀ ਪ੍ਰਾਪਤੀ ਹੀ ਅਸਲੀ ਕੰਮ ਦੇਹ ਤੋਂ ਜੀਵ ਆਤਮਾ ਨੇ ਲੈਣਾ ਹੈ, ਜੋ ਕਿ ਗੁਰੂ ਕਿਰਪਾ ਔਰ ਸਾਧ ਸੰਗਤ ਦੀ ਮਿਹਰ ਨਾਲ
ਸੇਵਾ ਭਗਤੀ ਅਰ ਗਿਆਨ ਪ੍ਰਾਪਤ ਹੋ ਸਕਦਾ ਹੈ। ਤੁਮਰੀ ਕਿਰਪਾ ਤੇ ਜਪੀਏ ਨਾਉ। ਮਨ ਦੀ ਸ਼ੁੱਧੀ ਅਰ ਇਕਾਗਰਤਾ ਦੁਆਰਾ ਬ੍ਰਹਮ ਗਿਆਨ ਰਾਹੀਂ ਵਾਹਿਗੁਰੂ ਦੀ ਪ੍ਰਾਪਤੀ ਹੈ। ਸੇਵਾ ਅਰ ਭਜਨ ਕਰਨ ਦੀਆਂ ਜੁਗਤੀਆਂ ਅਧਿਕਾਰੀ ਜਨਾਂ ਨੂੰ ਸਫਲ ਹੋਣ ਵਿੱਚ ਬਹੁਤ ਮਦਦਗਾਰ ਹੁੰਦੀਆਂ ਹਨ। ਸਤ ਸੰਗ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। 84 ਲੱਖ ਜੂਨੀਆਂ ਵਿੱਚੋਂ ਮਨੁੱਖ ਸਰੀਰ ਦੁਰਲਭ ਹੈ। 1,84 ਜੋਨ ਉਪਾਈ, ਬਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੇ, ਆਏ ਜਾਏ ਦੁੱਖ ਪਾਏਂਦਾ। ਸਤ ਸੰਗ ਨਾਲ ਪਰਮਾਰਥ ਦਾ ਰਸਤਾ ਸੌਖਾ ਸੁਲਝ ਜਾਂਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਕਉ ਨਾਨਕ ਤਿਸ ਭਿਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਗੁਰੂ ਗ੍ਰੰਥ ਸਾਹਿਬ ਤੇ ਮਹਾਂਪੁਰਖਾਂ ਦੀ ਸੰਗਤ ਦੁਆਰਾ ਵਾਹਿਗੁਰੂ ਜੀ ਦੀ ਪ੍ਰਾਪਤੀ ਸੌਖੀ ਹੋ ਜਾਂਦੀ ਹੈ। ਅੰਤःਕਰਨ ਵਿੱਚ 3 ਦੋਸ਼ ਹਨ ਜੋ ਕਿ ਵਾਹਿਗੁਰੂ ਤੋਂ ਵਿਛੋੜਾ ਪਾਉਂਦੇ ਹਨ। ਇਹਨਾਂ ਨੂੰ ਦੂਰ ਕਰਨ ਦਾ ਯਤਨ ਹੈ ਕਰਮ, ਉਪਾਸਨਾ, ਗਿਆਨ। ਬੁਰੇ ਕੰਮ ਛੱਡ ਕੇ ਚੰਗੇ ਕਰਮ ਕਰਨੇ। ਇਹ ਜੀਵ ਆਤਮਾ ਅਸਲ ਪਰਮਾਤਮਾ ਦੀ ਅੰਸ਼ ਹੈ, ਪਰ ਅਗਿਆਨ ਵਸ ਹੋ ਕੇ ਆਪਣੇ ਆਪ ਨੂੰ ਇਹ ਭੁੱਲ ਗਿਆ ਹੈ। ਮਨੁੱਖ ਸਰੀਰ ਵਿੱਚ ਆ ਕੇ ਸਾਧ ਸੰਗਤ ਅਤੇ ਗੁਰੂ ਕਿਰਪਾ ਨਾਲ ਆਪਣੇ ਆਪ ਨੂੰ ਜਾਣ ਕੇ, ਆਪਣਾ ਔਰ ਵਾਹਿਗੁਰੂ ਦਾ ਅਸਲੀ ਪੱਕਾ ਸੰਬੰਧ ਜਾਣ ਕੇ, ਉਸ ਵਿੱਚ ਮਿਲ ਕੇ ਪਰਮ ਸੁਖੀ ਸ਼ਾਂਤ ਹੋਣਾ ਹੈ। ਸ਼ੁਭ ਨਿਸ਼ਕਾਮ ਕਰਮ ਮਨ ਦੀ ਸ਼ੁੱਧੀ ਦਾ ਸਾਧਨ ਹਨ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਪਾਸਨਾ ਨਾਲ ਮਨ ਇਕਾਗਰ ਹੁੰਦਾ ਹੈ। ਮਨ ਦੀ ਸ਼ੁੱਧੀ ਤੋਂ ਇਕਾਗਰਤਾ ਪੈਦਾ ਹੁੰਦੀ ਹੈ। ਗੁਰਬਾਣੀ ਦਾ ਪਾਠ, ਕੀਰਤਨ ਅਰ ਵਿਚਾਰ ਮਨ ਨੂੰ ਟਿਕਾ ਦਿੰਦੇ ਹਨ। ਕੀਰਤਨ ਵਿੱਚ ਮਨ ਜਲਦੀ ਟਿਕਦਾ ਹੈ। ਕੀਰਤਨ ਨਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਮੂਲ ਮੰਤਰ ਸਾਹਿਬ ਦੇ ਪਾਠ ਵੀ ਮਨ ਨੂੰ ਇਕਾਗਰ ਕਰ ਦਿੰਦੇ ਹਨ। ਫਿਰ ਸਿਮਰਨ ਦਾ ਮਾਰਗ ਹੈ ਜਾਪ ਔਰ ਅਜੱਪਾ ਜਾਪ। ਬੈਖਰੀ, ਮਧਮਾ, ਪਸੰਤੀ, ਪਰਾ, ਇਹ 4 ਪ੍ਰਕਾਰ ਦੀ ਬਾਣੀ ਹੈ। ਦਾਨ ਕਰਨਾ, ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਸੇਵਾ ਕਰਨੀ, ਬ੍ਰਹਮਚਰਜ ਧਾਰਨ ਕਰਨਾ ਆਦ ਕਰਮ ਮਨ ਨੂੰ ਸ਼ੁੱਧ ਅਤੇ ਸਾਫ਼ ਕਰ ਦਿੰਦੇ ਹਨ। ਸ਼ੁੱਧ ਮਨ ਹੀ ਭਜਨ ਪਾਠ ਵਿੱਚ ਟਿਕ ਸਕਦਾ ਹੈ ਔਰ ਇਕਾਗਰਤਾ ਦਾ ਆਨੰਦ ਲੈ ਸਕਦਾ ਹੈ। ਗੁਰਮੰਤਰ ਦਾ ਸਿਮਰਨ ਕਰਦੇ ਹੋਏ ਬਿਰਤੀ ਨੂੰ ਦੋਨਾਂ ਅੱਖਾਂ ਔਰ ਨੱਕ ਦੀ ਜੜ ਵਿੱਚ ਟਿਕਾਵੇ। ਉਸ ਥਾਂ ਰੋਸ਼ਨੀ ਪ੍ਰਗਟ ਹੋਵੇਗੀ ਔਰ ਅਨਹਦ ਸ਼ਬਦ ਖੁੱਲ ਜਾਵੇਗਾ, ਜਿਸ ਦੇ ਸੁਣਨ ਵਿੱਚ ਬਿਰਤੀ ਨੂੰ ਆਨੰਦ ਪ੍ਰਾਪਤ ਹੋਵੇਗਾ। ਅਨਹਦ ਸ਼ਬਦ ਵੱਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣਿਆ। ਔਰ ਅਭਿਆਸ ਕਰਦੇ ਕਰਦੇ ਦੇਰ ਤੱਕ ਇਕਾਗਰਤਾ ਬਣੀ ਰਹੇਗੀ। ਅੱਗੇ ਤਿਰਕੁਟੀ, 10ਵਾਂ ਦੁਆਰ, ਸਹਿਸਦਲ ਕਮਲ, ਸੁਨ ਸੱਚਖੰਡ ਅਸਥਾਨ ਹੈ। ਆਖਰ ਅਗੰਮ ਵਿੱਚ ਲੀਨ ਹੋ ਜਾਵੇਗੀ। ਬੋਲ ਕੇ ਜ਼ੁਬਾਨ ਦੀ ਮਦਦ ਨਾਲ ਵਾਹਿਗੁਰੂ ਦਾ ਜਾਪ ਕਰਨਾ ਬੈਖਰੀ ਬਾਣੀ ਹੈ। ਬੋਲਣ ਤੋਂ ਬਿਨਾਂ ਜੀਭ ਤੋਂ ਜਾਪ ਕਰਨਾ ਮਧਮਾ ਬਾਣੀ ਹੈ। ਹਿਰਦੇ ਵਿੱਚ ਅਜੱਪਾ ਜਾਪ ਪਸੰਤੀ ਬਾਣੀ ਹੈ। ਨਾਭੀ ਵਿੱਚ ਪਰਾ ਬਾਣੀ ਹੈ।
ਬੈਖਰੀ ਇੱਕ ਗੁਣਾ ਹੈ, ਮੱਧਮਾ ਉਸ ਤੋਂ 10 ਗੁਣਾ ਫਲ ਜ਼ਿਆਦਾ ਹੈ, ਪਸੰਤੀ 100 ਗੁਣਾ, ਅਰ ਪਰਾ ਬਾਣੀ ਵਿੱਚ ਬੈਖਰੀ ਬਾਣੀ ਨਾਲੋਂ 1000 ਗੁਣਾ ਫਲ ਜ਼ਿਆਦਾ ਹੈ। ਅਨਹਦ ਸ਼ਬਦ ਮੱਥੇ ਵਿੱਚ ਹੋ ਰਿਹਾ ਹੈ। ਤਿਰਕੁਟੀ 10ਵਾਂ ਦੁਆਰ ਅਸਥਾਨਾਂ ਨੂੰ ਬਿਰਤੀ ਛੱਡਦੀ ਹੋਈ ਸੱਚਖੰਡ ਪਹੁੰਚ ਕੇ ਆਪਣੇ ਘਰ ਵਿਸਰਾਮ ਪ੍ਰਾਪਤ ਕਰਦੀ ਹੈ। ਵਿਸ਼ਿਆਂ ਵਿਕਾਰਾਂ ਵਿੱਚ ਸ਼ਾਂਤੀ ਨਹੀਂ, ਅਸ਼ਾਂਤੀ ਹੈ। ਅੰਤःਕਰਣ ਦਾ ਸੁਭਾਅ ਦੁੱਖ ਸੁੱਖ ਹੈ। ਸਮਾਧੀ ਤੋਂ ਦੁੱਖ ਦੂਰ ਹੁੰਦਾ ਹੈ। ਸਭ ਜਗਤ ਵਾਹਿਗੁਰੂ ਦਾ ਰੂਪ ਹੈ, ਪਰ ਹੰਕਾਰ ਅਰ ਮਮਤਾ ਕਰਕੇ ਦਿਸ ਨਹੀਂ ਰਿਹਾ। ਜਨਮ ਮਰਨ ਹੰਕਾਰ ਤੇ ਮਮਤਾ ਦੇ ਕਾਰਨ ਹੀ ਹੈ। ਜਦ ਮਨ ਗੁਰਾਂ ਨੂੰ ਸੌਂਪ ਦਈਏ ਤਾਂ ਵਾਹਿਗੁਰੂ ਦਾ ਪ੍ਰੇਮ ਪਾਈਦਾ ਹੈ। ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਪ੍ਰੇਮ ਔਗਣਾਂ ਨੂੰ ਮੇਟਣ ਵਾਲਾ ਹੈ, ਮੁਕਤ ਕਰ ਦੇਂਦਾ ਏ। ਵਾਹਿਗੁਰੂ ਦੇ ਗੁਣ ਅਰ ਰੂਪ ਦੇਖੇ ਬਿਨਾਂ ਉਸ ਵਿੱਚ ਪ੍ਰੀਤੀ ਨਹੀਂ ਪੈਦਾ ਹੁੰਦੀ। ਸਾਚ ਕਹੂੰ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਿਸ ਪੁਰਸ਼ ਨੇ ਭੋਗਾਂ ਦੀ ਅਵਲਾਖਾ ਦਾ ਤਿਆਗ ਕੀਤਾ ਹੈ, ਉਸ ਨੂੰ ਜਗਤ ਦੀ ਕੋਈ ਭੁੱਖ ਨਹੀਂ ਰਹਿ ਜਾਂਦੀ। ਜਿਸ ਨੇ ਇਕਾਂਤ ਅਖਤਿਆਰ ਕੀਤਾ ਹੈ, ਉਸ ਨੇ ਜਗਤ ਜੰਗਲਾਂ ਤੋਂ ਛੁਟਕਾਰਾ ਪਾ ਲਿਆ। ਜਿਸ ਨੇ ਉਦਮ ਅਰ ਅਭਿਆਸ ਕੀਤਾ ਹੈ, ਉਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਮੋਹ ਦੇ ਤਿਆਗ ਨਾਲ ਹੀ ਜੀਵਨ ਸੁਖੀ ਹੋ ਜਾਂਦਾ ਹੈ ਤੇ ਜਨਮ ਮਰਨ ਮੁੱਕ ਜਾਂਦਾ ਹੈ। ਭਗਤ 4 ਪ੍ਰਕਾਰ ਦੇ ਹੁੰਦੇ ਹਨ। ਪਹਿਲੇ ਦੁਨੀਆ ਦੇ ਪਦਾਰਥ ਦਾਤਾ ਮੰਗਦੇ ਹਨ। ਦੂਜੇ ਪਰਲੋਕ ਦੇ ਸੁਖ, ਸਵਰਗ ਰਾਜ ਆਦਿਕ ਮੰਗਦੇ ਹਨ। ਤੀਸਰੇ ਸਿਰਫ ਵਾਹਿਗੁਰੂ ਮਿਲਾਪ ਵਾਸਤੇ ਭਗਤੀ ਕਰਦੇ ਹਨ। ਚੌਥੇ ਵਾਹਿਗੁਰੂ ਨੂੰ ਆਪਣਾ ਸਵਰੂਪ ਜਾਣ ਕੇ ਆਤਮ ਚਿੰਤਨ ਕਰਨਾ, ਇਹ ਅਭੇਦ ਭਗਤੀ ਹੈ। ਵਾਹਿਗੁਰੂ ਨੂੰ ਅਤਿਅੰਤ ਪਿਆਰੀ ਹੈ, ਇਹ ਚੌਥੇ ਦਰਜੇ ਦੀ ਭਗਤੀ। ਵਾਹਿਗੁਰੂ ਵਿੱਚ ਅਭੇਦ ਹੋ ਜਾਣਾ। ਹਰ ਕਾ ਭਗਤ ਹਰ ਹੀ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਸੰਸਾਰ ਸਾਗਰ ਵੈਰਾਗ ਭਗਤੀ ਗਿਆਨ ਦੁਆਰਾ ਹੀ ਤਰਿਆ ਜਾ ਸਕਦਾ ਹੈ। ਸਰੀਰਕ ਰਸ ਅਰ ਵਾਸ਼ਨਾ ਦਾ ਤਿਆਗ ਕਰੇ। ਬਚਪਨ ਮੂੜ ਅਵਸਥਾ ਹੁੰਦੀ ਹੈ। ਬਿਰਧ ਅਵਸਥਾ ਕਮਜ਼ੋਰੀ ਅਰ ਰੋਗਾਂ ਦਾ ਘਰ ਹੁੰਦੀ ਹੈ। ਸਿਰਫ ਜਵਾਨ ਅਵਸਥਾ ਵਿੱਚ ਹੀ ਸਾਧਨਾ ਅਰ ਪਰਮਾਰਥ ਦੀ ਘਾਲਣਾ ਹੋ ਸਕਦੀ ਹੈ। ਆਤਮਾ ਸਤ ਚਿਤ ਆਨੰਦ ਪੂਰਨ ਹੈ। ਦੇਹ ਅਸਤ ਜੜ ਦੁਖ ਰੂਪ ਹੈ। ਆਪਣਾ ਆਪ ਆਤਮਾ ਹੈ। ਵਿਵੇਕੀ ਪੁਰਸ਼ ਅਨੇਕ ਮੁਸ਼ਕਲਾਂ ਨੂੰ ਸਿਰ ਤੇ ਲੈ ਕੇ ਵੀ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦਾ ਏ। ਜਿਤਨੀ ਇਕਾਗਰਤਾ ਮਨ ਵਿੱਚ ਵਧੇਗੀ, ਉਤਨੀ ਹੀ ਸ਼ਾਂਤੀ ਔਰ ਸੁਖ ਹੋਵੇਗਾ। ਅੱਧਾ ਘੰਟਾ ਮਨ ਟਿਕ ਜਾਵੇ, ਇਹ ਸਮਾਧੀ ਹੈ। ਇसी ਤਰ੍ਹਾਂ ਸਮਾਧੀਆਂ ਕਰਦੇ ਕਰਦੇ ਬ੍ਰਹਮ ਗਿਆਨ ਔਰ ਰਿੱਧੀ ਸਿੱਧੀ ਸ਼ਕਤੀਆਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਜੀਵਨ ਦੇ ਸਮੇਂ ਤੋਂ ਪੂਰਾ ਲਾਭ ਉਠਾਉਣਾ ਚਾਹੀਦਾ ਹੈ। 4 ਪ੍ਰਕਾਰ ਦੇ ਭਜਨੀਕ ਪੁਰਸ਼ ਹੁੰਦੇ ਹਨ। ਭਜਨ ਪਾਠ ਕਰਨ ਵੇਲੇ ਜਿਨ੍ਹਾਂ ਦਾ ਮਨ ਟਿਕਦਾ ਨਹੀਂ, ਉਹਨਾਂ ਨੂੰ ਕਨਿਸ਼ਟ ਕਿਹਾ ਜਾਂਦਾ ਹੈ। ਪਰ ਨਾ ਕਰਨ ਵਾਲਿਆਂ ਨਾਲੋਂ ਬਹੁਤ ਹੀ ਅੱਛੇ ਹਨ। ਦੂਜੇ ਭਜਨ ਕਰਨ ਵੇਲੇ ਮਨ ਨੂੰ ਰੋਕਦੇ ਹਨ। ਕਦੇ ਕਦੇ ਮਨ ਟਿਕ ਜਾਂਦਾ ਹੈ, ਕਦੇ ਕਦੇ ਨਹੀਂ ਟਿਕਦਾ। ਇਹਨਾਂ ਨੂੰ ਮੱਧਮ ਭਜਨੀਕ ਕਿਹਾ ਜਾਂਦਾ ਹੈ। ਤੀਜੇ ਮਨ ਭਜਨ ਵੇਲੇ ਅੱਛਾ ਟਿਕਦਾ ਹੈ, ਸ਼ਾਂਤੀ ਮਿਲਦੀ ਹੈ।
ਇਹਨਾਂ ਨੂੰ ਉੱਤਮ ਭਜਨੀਕ ਕਿਹਾ ਜਾਂਦਾ ਹੈ। ਚੌਥੇ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੀ ਹੋ ਗਏ ਹਨ, ਇਹਨਾਂ ਨੂੰ ਸ੍ਰੇਸ਼ਟ ਭਜਨੀਕ ਕਿਹਾ ਜਾਂਦਾ ਹੈ। ਕਨਿਸ਼ਟ ਤੋਂ ਸ੍ਰੇਸ਼ਟ ਭਜਨੀਕ ਬਣ ਜਾਈਦਾ ਹੈ, ਪਰ ਸ਼ੌਕ ਪ੍ਰੇਮ ਨਾਲ ਲੱਗੇ ਰਹਿਣ ਦੀ ਲੋੜ ਹੈ। ਜਦੋਂ ਗੁਰੂ ਜੀ ਦੀ ਕਿਰਪਾ ਦੁਆਰਾ ਭਰਮ ਦੂਰ ਹੋ ਜਾਵੇ ਤਾਂ ਜੀਵ ਆਤਮਾ ਆਪਣੀ ਮੁਕਤ ਅਵਸਥਾ ਵਿੱਚ ਅਸਥਿਤ ਹੋ ਜਾਂਦੀ ਹੈ। ਹਜ਼ੂਰ ਸਾਹਿਬ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਹੀਰਾ ਭੇਟ ਕੀਤਾ। ਗੁਰੂ ਸਾਹਿਬ ਜੀ ਨੇ ਉਹ ਹੀਰਾ ਗੋਦਾਵਰੀ ਵਿੱਚ ਸੁੱਟ ਦਿੱਤਾ ਤੇ ਬਹਾਦਰ ਸ਼ਾਹ ਨੇ ਕਿਹਾ, ਮਹਾਰਾਜ ਇਹ ਤੁਹਾਨੂੰ ਪਤਾ ਹੈ ਕੀ ਚੀਜ਼ ਸੀ, ਕਿੰਨਾ ਮਹਿੰਗਾ ਹੀਰਾ ਸੀ? ਗੁਰੂ ਜੀ ਕਹਿਣ ਲੱਗੇ, ਇੱਕ ਪੱਥਰ ਸੀ। ਹੀਰੇ ਸਾਡੇ ਇਹ ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ, ਮਾਤਾ ਭਾਗੋ ਸਾਹਿਬ ਜੀ, ਇਹ ਅਸਲੀ ਹੀਰੇ ਹਨ। ਤੇ ਬਹਾਦਰ ਸ਼ਾਹ ਨੇ ਮੱਥਾ ਟੇਕ ਦਿੱਤਾ। ਗੁਰ ਕਾ ਸ਼ਬਦ ਰਤਨ ਹੈ, ਹੀਰਾ ਜਿਤ ਜਣਾਓ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਰਨਾ ਸੱਚ ਹੈ, ਮਰਨਾ ਮਨੋ ਵਸਾਰਿਆ, ਮਾਇਆ ਮੋਹ ਗਵਾਰ। ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ। ਤੁਸੀਂ ਕਲਪਨਾ ਕਰੋ ਕਿ ਤੁਹਾਡੇ ਸਰੀਰ ਉੱਤੇ ਅੱਜ ਮੌਤ ਉਤਰ ਆਈ ਹੈ, ਤੁਹਾਡਾ ਸਰੀਰ ਢਿੱਲਾ ਪੈ ਗਿਆ, ਕਿਸੇ ਕਾਰਨ ਤੋਂ ਤੁਹਾਡੇ ਪ੍ਰਾਣ ਨਿਕਲ ਗਏ, ਤੁਹਾਡੀ ਲਾਸ਼ ਪਈ ਹੈ। ਲੋਕ ਅੱਜ ਤੱਕ ਜਿਸ ਨੂੰ ਕਹਿੰਦੇ ਸਨ ਫਲਾਣਾ ਸ਼ਾਹ, ਫਲਾਣਾ ਸੇਠ, ਫਲਾਣਾ ਅਮੀਰ ਗਰੀਬ, ਉਸ ਦੇ ਪ੍ਰਾਣ ਪੰਖੇਰੂ ਅੱਜ ਉੱਡ ਗਏ। ਹੰਸ ਚੱਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ, ਕਿਉ ਰਲੀਆ ਮਾਨੇ ਬਾਜ ਪੁਧਾਰਾ। ਹੁਣ ਉਹ ਲੋਕਾਂ ਦੇ ਸਾਹਮਣੇ ਮੁਰਦਾ ਹੋ ਕੇ ਪਿਆ ਹੈ। ਹਕੀਮ ਡਾਕਟਰਾਂ ਨੇ ਹੱਥ ਧੋ ਲਏ ਹਨ। ਜਿਸ ਮਿੱਟੀ ਦੀ ਦੇਹ ਨੂੰ ਤੁਸੀਂ ਇਤਨਾ ਪਾਲਨ ਪੋਸ਼ਣ ਸੰਭਾਲਣ ਵਿੱਚ ਲੱਗੇ ਹੋਏ ਸੀ, ਉਹ ਸਰੀਰ ਅੱਜ ਮਰ ਗਿਆ, ਸਾਹਮਣੇ ਪਿਆ ਹੈ। ਭੀੜ ਇਕੱਠੀ ਹੋ ਰਹੀ ਹੈ, ਕੋਈ ਸੱਚਮੁੱਚ ਰੋ ਰਿਹਾ ਹੈ, ਕੋਈ ਝੂਠੇ ਹੰਝੂ ਕੇਰ ਰਿਹਾ ਹੈ। ਘਰ ਕੀ ਨਾਰ ਉਰੰਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਕਹਿ ਰਵਿਦਾਸ ਸਭੇ ਜਗ ਲੁੱਟਿਆ, ਹਮ ਤੋਂ ਏਕ ਰਾਮ ਕਹਿ ਛੁੱਟਿਆ। ਟੈਲੀਫੋਨ ਖੜਕਾਏ ਜਾ ਰਹੇ ਹਨ, ਟੈਲੀਗ੍ਰਾਮਾਂ ਦਿੱਤੀਆਂ ਜਾ ਰਹੀਆਂ ਹਨ। ਮੌਤ ਹੋ ਜਾਣ ਤੋਂ ਬਾਅਦ ਜੋ ਹੋਣਾ ਚਾਹੀਦਾ ਹੈ ਉਹ ਸਭ ਕੁਝ ਕੀਤਾ ਜਾ ਰਿਹਾ ਹੈ। ਪੜੋਸੀ ਵੀ ਆ ਗਏ, ਸਾਥੀ ਆ ਗਏ, ਰਿਸ਼ਤੇਦਾਰ ਮਿੱਤਰ ਸਭ ਆ ਗਏ। ਇਹ ਦੇਹ ਦਾ ਮੋਹ ਆਖਰੀ ਹੈ, ਜਿਸ ਨੂੰ ਪਾਰ ਕੀਤੇ ਬਿਨਾਂ ਕੋਈ ਸੰਤ ਭਗਤ ਗੁਰਸਿੱਖ ਨਹੀਂ ਬਣ ਸਕਦਾ। ਅਰਥੀ ਲਈ ਬਾਂਸ ਮੰਗਵਾਏ ਜਾ ਰਹੇ ਹਨ। ਤੁਹਾਨੂੰ ਅੰਤਮ ਇਸ਼ਨਾਨ ਕਰਾਉਣ ਵਾਸਤੇ ਅੰਦਰ ਲੈ ਜਾ ਰਹੇ ਹਨ। ਗਰਦਨ ਝੁਕ ਗਈ, ਹੱਥ ਪੈਰ ਲਟਕ ਰਹੇ ਹਨ। ਲੋਕ ਤੁਹਾਨੂੰ ਸੰਭਾਲ ਕੇ ਲੈ ਜਾ ਰਹੇ ਹਨ। ਉਹ ਨੂਰ ਕਿੱਥੇ, ਉਹ ਚੇਤਨਾ ਕਿੱਥੇ, ਜਿਸ ਸਰੀਰ ਨੇ ਬਹੁਤ ਧਨ ਕਮਾਇਆ, ਬਹੁਤ ਪਦਾਰਥ ਖਾਧੇ ਪੀਤੇ, ਤੇ ਜਿਸ ਨੂੰ ਇਤਨਾ ਸਜਾਇਆ, ਇੰਨਾ ਵਿਖਾਇਆ, ਉਹ ਸਰੀਰ ਅੱਜ ਲਾਸ਼ ਹੋ ਗਿਆ। ਸਭਨਾ ਮਰਨਾ ਆਇਆ, ਵਿਛੋੜਾ ਸਭਨਾ ਹਾਂ।
ਜਿਨ੍ਹਾਂ ਲਈ ਤੁਸੀਂ ਦੁੱਖ ਤਕਲੀਫਾਂ ਸਹੀਆਂ ਉਹ ਸਭ ਤੁਹਾਡੇ ਨਹੀਂ ਰਹੇ। ਇੱਕ ਸਾਹ ਲੈਣਾ ਅੱਜ ਉਸ ਦੇ ਵੱਸ ਦੀ ਗੱਲ ਨਹੀਂ ਰਹੀ। ਦੋਸਤ ਰਿਸ਼ਤੇਦਾਰਾਂ ਨੂੰ ਸੰਤਾਂ ਫਕੀਰਾਂ ਦਾ ਧੰਨਵਾਦ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ ਰਹੀ। ਅੱਜ ਦੂਜਿਆਂ ਦੇ ਸਹਾਰੇ ਵਿਚਾਰਾ ਸਰੀਰ ਮੁਰਦਾ ਚੱਲਿਆ ਹੈ ਕੂਚ ਕਰਕੇ ਜਹਾਨ ਤੋਂ। ਜਿਸ ਨੂੰ ਇਤਨੀ ਟੈਨਸ਼ਨ ਸੀ, ਜਿਸ ਜੀਵਨ ਲਈ ਇਤਨਾ ਖਿਚਾਓ ਤਣਾਅ ਸੀ, ਉਹ ਜੀਵਨ ਦੀ ਇਹ ਹਾਲਤ ਹੋ ਗਈ। ਅੱਜ ਤੱਕ ਜਿਹੜਾ ਹੋਂ ਮੈਂ ਕਰ ਰਿਹਾ ਸੀ, ਆਪਣੇ ਆਪ ਨੂੰ ਸਿਆਣਾ ਸਮਝ ਰਿਹਾ ਸੀ, ਇੱਕ ਝਟਕੇ ਵਿੱਚ ਖਤਮ ਹੋ ਗਿਆ। ਸਭ ਨਾਤੇ ਰਿਸ਼ਤੇ ਟੁੱਟ ਗਏ, ਧਨ ਅਤੇ ਪਰਿਵਾਰ ਪਰਾਏ ਹੋ ਗਏ। ਜਿਨ੍ਹਾਂ ਲਈ ਤੁਸੀਂ ਰਾਤਾਂ ਜਾਗੀਆਂ, ਸਿਰ ਤੇ ਬੋਝ ਚੁੱਕਿਆ, ਉਹ ਸਭ ਪਰਾਏ ਹੋ ਗਏ। ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੇ ਤੁਹਾਨੂੰ ਇਸ਼ਨਾਨ ਕਰਾ ਦਿੱਤਾ। ਤੌਲੀਏ ਨਾਲ ਸਰੀਰ ਵੀ ਸਾਫ਼ ਕਰ ਰਹੇ ਹਨ। ਤੁਹਾਨੂੰ ਕੱਪੜੇ ਪਹਿਨਾ ਦਿੱਤੇ, ਚੱਕ ਕੇ ਬਾਂਸ ਦੀ ਅਰਥੀ ਤੇ ਪਾ ਦਿੱਤਾ। ਹੁਣ ਤੁਹਾਡੇ ਸਰੀਰ ਦੀ ਇਹ ਹਾਲਤ ਹੈ। ਬੜੀ ਵਿਦਿਆ ਪੜ੍ਹੀ, ਗੁਲਾਮੀ ਕੀਤੀ, ਨੱਠ ਭੱਜ ਕੀਤੀ, ਉਹ ਸਰੀਰ ਵਿੱਚੋਂ ਪ੍ਰਾਣ ਪੰਖੇਰੂ ਨਿਕਲ ਜਾਣ ਤੇ ਅਰਥੀ ਤੇ ਪਿਆ ਹੈ। ਜਿਉਂਦੇ ਜੀ ਇਹ ਮਰਨ ਦਾ ਅਨੁਭਵ ਕਰੋ। ਅਰਥੀ ਉੱਤੇ ਡਿੱਗਦੀ ਧੌਣ ਨੂੰ ਸੰਭਾਲਿਆ ਜਾ ਰਿਹਾ ਹੈ। ਪੈਰਾਂ ਨੂੰ ਚੰਗੀ ਤਰ੍ਹਾਂ ਰੱਸੀ ਨਾਲ ਬੰਨ੍ਹਿਆ ਜਾ ਰਿਹਾ ਹੈ, ਕਿਤੇ ਰਸਤੇ ਵਿੱਚ ਮੁਰਦਾ ਡਿੱਗ ਨਾ ਪਵੇ। ਪੂਰਾ ਸਰੀਰ ਰੱਸੀ ਨਾਲ ਬੰਨ੍ਹ ਦਿੱਤਾ। ਅਰਥੀ ਬਣਾਉਣ ਵਾਲਾ ਬੋਲ ਰਿਹਾ ਹੈ, ਤੂੰ ਉਧਰੋਂ ਖਿੱਚ ਰੱਸੀ। ਦੂਜਾ ਕਹਿੰਦਾ ਹੈ, ਮੈਂ ਖਿੱਚਿਆ ਹੈ, ਤੂੰ ਗੰਢ ਮਾਰ। ਪਰ ਇਹ ਗੰਢਾਂ ਵੀ ਕਦ ਤੱਕ ਰਹਿਣਗੀਆਂ, ਰੱਸੀਆਂ ਵੀ ਕਦ ਤੱਕ ਰਹਿਣਗੀਆਂ। ਹੁਣੇ ਹੀ ਅੱਗ ਦੀ ਲਪੇਟ ਵਿੱਚ ਇਹਨਾਂ ਨੇ ਆ ਜਾਣਾ ਏ। ਰੱਸੀਆਂ ਨਾਲ ਬੰਨ੍ਹਿਆ ਹੋਇਆ ਸਰੀਰ ਵੀ ਰਾਖ ਦੀ ਢੇਰੀ ਹੋਣ ਲਈ ਜਾ ਰਿਹਾ ਹੈ। ਅੱਜ ਤੱਕ ਤੁਹਾਡਾ ਨਾਮ ਅਮੀਰ ਗਰੀਬ ਦੀ ਲਿਸਟ ਵਿੱਚ ਸੀ, ਹੁਣ ਉਹ ਮੁਰਦੇ ਦੀ ਲਿਸਟ ਵਿੱਚ ਆ ਗਿਆ। ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਵਡਾਨੀ ਰੇ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਰਾਰੀ ਰੇ। ਹੋ ਗਿਆ ਤੁਹਾਡੇ ਪੂਰੇ ਜੀਵਨ ਦੀਆਂ ਪ੍ਰਾਪਤੀਆਂ ਦਾ ਅੰਤ। ਅੱਜ ਤੱਕ ਤੁਸੀਂ ਜੋ ਕਮਾਇਆ ਉਹ ਤੁਹਾਡਾ ਨਹੀਂ ਰਿਹਾ, ਸਭ ਜ਼ੀਰੋ ਹੋ ਗਿਆ। ਤੁਹਾਡੇ ਇਨਕਮ ਟੈਕਸ ਦੇ ਕਾਗਜ਼, ਪੈਨਸ਼ਨ ਦੀ ਕਾਪੀ, ਤੁਹਾਡੇ ਪ੍ਰਮੋਸ਼ਨ, ਰਿਟਾਇਰਮੈਂਟ ਤੋਂ ਹਮੇਸ਼ਾ ਲਈ ਤੁਸੀਂ ਅਲਵਿਦਾ ਹੋ ਗਏ। ਕਲਪਨਾਵਾਂ, ਬਾਸ਼ਨਾਵਾਂ ਨਾਲ ਇਤਨਾ ਹਾਸਲ ਕੀਤਾ, ਇਤਨਾ ਹੋਰ ਕਰਾਂਗਾ, ਸਭ ਜ਼ੀਰੋ ਦਾ ਰੂਪ ਹੋ ਗਏ। ਸ਼ਮਸ਼ਾਨ ਯਾਤਰਾ ਦੀ ਪੂਰੀ ਤਿਆਰੀ ਹੋ ਗਈ। ਲੋਕ ਰੋ ਰਹੇ ਹਨ, ਪਿੱਛੇ ਪਿੱਛੇ ਹੋਰ ਸਭ ਲੋਕ ਚੱਲ ਰਹੇ ਹਨ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਦੇਖੋ ਬੰਦਾ ਚੱਲਿਆ ਚੌਂ ਜਣਿਆਂ ਕੇ ਕੰਨ। ਅਮਲ ਜੋ ਕੀਤੇ ਦੁਨੀ ਵਿੱਚ, ਸੇ ਦਰਗੇ ਆਏ ਕੰਮ। ਕੋਈ ਸਨੇਹ ਪਿਆਰ ਨਾਲ ਮੁਰਦੇ ਦੇ ਮਗਰ ਜਾ ਰਿਹਾ ਹੈ, ਕੋਈ ਸਿਰਫ ਲੋਕ ਲੱਜ ਦਿਖਾਵਾ ਕਰਨ ਆਇਆ ਹੈ। ਇਹ ਸਭ ਜੋ ਮੁਰਦੇ ਦੇ ਮਗਰ ਜਾ ਰਹੇ ਹਨ, ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਨਾਲ ਵੀ ਇਹੀ ਹਾਲਤ ਹੋਣੀ ਹੈ। ਮਨ ਤੇ ਮਾਇਆ ਪਈ ਹੈ। ਸੰਸਾਰ ਦੀ ਮਾਇਆ ਐਸੀ ਪ੍ਰਬਲ ਹੈ। ਕੋਈ ਘੜੀ ਵੇਖ ਰਿਹਾ ਹੈ ਕਿ ਆਫਿਸ ਜਲਦੀ ਜਾਣਾ ਹੈ, ਕਿਸੇ ਦਾ ਫੁਰਨਾ ਬਣਿਆ ਦੁਕਾਨ ਤੇ ਜਾਣਾ ਹੈ,
ਕਿਸੇ ਨੇ ਕੰਮਕਾਰ ਦਾ ਫੁਰਨਾ ਕੀਤਾ, ਪਰ ਇਸ ਮੂਰਖ ਨੂੰ ਇਹ ਨਹੀਂ ਪਤਾ ਲੱਗਦਾ ਕਿ ਪਲ ਚ ਸਗਲੀ ਮੂਈ ਝੂਠੇ ਧੰਦੇ ਮੋਹ, ਇੱਕ ਸਹਰ ਕੇ ਨਾਮ ਬਿਨ ਸਭ ਅੱਗੇ ਲਈਏ ਖੋ। ਤੁਹਾਡੇ ਲੱਖਾਂ ਰੁਪਏ ਤੁਹਾਡੀ ਮਦਦ ਨਹੀਂ ਕਰ ਸਕਦੇ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਇਸ ਅਟਲ ਮੌਤ ਨੂੰ ਤੁਸੀਂ ਗਿਆਨ ਦੀ ਅੱਖ ਨਾਲ ਵੇਖੋ। ਅਰਥੀ ਘਰੋਂ ਬਾਹਰ ਜਾ ਰਹੀ ਹੈ, ਲੋਕਾਂ ਨੇ ਉਸ ਨੂੰ ਘੇਰਿਆ ਹੋਇਆ ਹੈ। 4 ਬੰਦਿਆਂ ਨੇ ਚੁੱਕਿਆ ਹੈ। ਸਭ ਲੋਕ ਕਹਿੰਦੇ ਜਾ ਰਹੇ ਹਨ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਤੁਹਾਡੀ ਅੰਤਮ ਯਾਤਰਾ ਹੋ ਰਹੀ ਹੈ। ਜਿਸ ਘਰ ਨੂੰ ਸ਼ਿੰਗਾਰਨ ਲਈ ਤੁਸੀਂ ਵਾਹਿਗੁਰੂ ਜੀ ਨੂੰ ਵੀ ਭੁੱਲ ਚੁੱਕੇ ਸਨ, ਉਹ ਘਰ ਤੁਸੀਂ ਸਦਾ ਲਈ ਛੱਡ ਕੇ ਸ਼ਮਸ਼ਾਨ ਘਾਟ ਦੀ ਯਾਤਰਾ ਵਾਸਤੇ ਜਾ ਰਹੇ ਹੋ। ਘਰ ਦੀਆਂ ਕੰਧਾਂ ਭਾਵੇਂ ਰੋ ਰਹੀਆਂ ਹੋਣ ਜਾਂ ਹੱਸ ਰਹੀਆਂ ਹੋਣ, ਪਰ ਤੁਹਾਨੂੰ ਤਾਂ ਜਾਣਾ ਹੀ ਪੈਣਾ ਹੈ। ਸਈ ਅਸਥਿਲ ਸੋਹਣ ਚੁਬਾਰੇ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀਓ। ਦੇਹ ਦਾ ਮੋਹ ਤੋੜਨਾ ਪਏਗਾ। ਇਸੀ ਮੋਹ ਦੇ ਕਾਰਨ ਤੁਸੀਂ ਬੰਧਨ ਵਿੱਚ ਜਕੜੇ ਗਏ ਹੋ। ਲੋਕ ਤੁਹਾਨੂੰ ਮੋਢਿਆਂ ਤੇ ਚੁੱਕੀ ਜਾ ਰਹੇ ਹਨ। ਸਤਿਗੁਰ ਸਿੱਖ ਕੇ ਬੰਧਨ ਕਾਟੇ। ਲੋਕ ਤੁਹਾਨੂੰ ਮੋਢਿਆਂ ਤੇ ਚੁੱਕੀ ਜਾ ਰਹੇ ਹਨ। ਬੜੇ ਹੀ ਰੰਗ ਰਲੀਆਂ ਮਾਣੇ, ਘਿਓ ਮੱਖਣ ਖਾਦਾ ਪੀਤਾ। ਅਰਥੀ ਵਾਲੇ ਤੇਜ਼ੀ ਨਾਲ ਤੁਰੇ ਜਾ ਰਹੇ ਹਨ। ਪਿੱਛੇ 50-60 ਬੰਦੇ ਨਰ ਨਾਰੀ ਤੁਰੇ ਜਾਂਦੇ ਹਨ। ਜੇ ਅਮੀਰ ਹੈ ਉਹਦੇ ਪਿੱਛੇ 5000 ਜਾ ਰਿਹਾ ਹੈ। ਕਿਤਨੇ ਹੀ ਹੋਣ, ਤੁਸੀਂ ਕਿਹੜੇ ਦੇਖਣ ਆਉਣਾ ਹੈ। ਉਹ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਹਨ ਕਿ ਭਰਾ ਜੀ ਚੰਗੇ ਸਨ, ਮਾਲਦਾਰ ਸਨ ਜਾਂ ਗਰੀਬ ਸਨ, ਵਿਚਾਰੇ ਚਲਾਣਾ ਕਰ ਗਏ। ਤੁਰਨ ਵਾਲਿਆਂ ਨੂੰ ਇਹ ਗਿਆਨ ਨਹੀਂ ਕਿ ਅਸੀਂ ਵੀ ਇਸ ਤਰ੍ਹਾਂ ਜਾਣਾ ਹੈ, ਅਸਾਂ ਵੀ ਉੱਥੇ ਜਾਣਾ। ਉਹ ਤੁਹਾਡੇ ਤੇ ਦਇਆ ਕਰ ਰਹੇ ਹਨ ਅਤੇ ਆਪਣੇ ਆਪ ਨੂੰ ਸਦਾ ਵਾਸਤੇ ਰਹਿਣਾ ਮੰਨ ਰਹੇ ਹਨ। ਅਰਥੀ ਸੜਕ ਤੇ ਅੱਗੇ ਵਧ ਰਹੀ ਹੈ, ਪਰ ਬਾਜ਼ਾਰ ਸ਼ਹਿਰ ਦੇ ਲੋਕ ਭੱਜੀ ਜਾਂਦੇ ਹਨ। ਨੌਕਰੀ ਵਾਲੇ ਨੌਕਰੀ ਨੂੰ ਭੱਜ ਰਹੇ ਹਨ। ਕੋਈ ਸਾਈਕਲ ਤੇ, ਕੋਈ ਮੋਟਰਸਾਈਕਲ ਤੇ, ਕੋਈ ਟਰਾਲੀ ਤੇ, ਕੋਈ ਕਾਰ ਤੇ। ਜਦ ਤੁਹਾਡੀ ਲਾਸ਼ ਉੱਤੇ ਉਹਨਾਂ ਦੀ ਨਜ਼ਰ ਪੈਂਦੀ ਹੈ ਤਾਂ ਉਹ ਕਹਿੰਦੇ ਹਨ, ਓਹੋ ਸਤਨਾਮ ਵਾਹਿਗੁਰੂ, ਕਹਿ ਕੇ ਅੱਗੇ ਤੇਜ਼ੀ ਨਾਲ ਨਿਕਲਦੇ ਜਾ ਰਹੇ ਹਨ। ਅਰਥੀ ਦੇ ਕੋਲ ਦੀ ਨਿਕਲਦੇ ਜਾ ਰਹੇ ਹਨ, ਔਰ ਦੂਰ ਹੁੰਦਾ ਜਾ ਰਿਹਾ ਹੈ ਸ਼ਮਸ਼ਾਨ ਘਾਟ ਨੇੜੇ। ਘਰ ਦੂਰ ਹੁੰਦਾ ਜਾ ਰਿਹਾ ਹੈ, ਸ਼ਮਸ਼ਾਨ ਘਾਟ ਨੇੜੇ ਆ ਰਹੀ ਹੈ। ਅਖੀਰ ਅਰਥੀ ਸ਼ਮਸ਼ਾਨ ਘਾਟ ਦੇ ਨਜ਼ਦੀਕ ਪਹੁੰਚ ਗਈ। ਇੱਕ ਬੰਦਾ ਸਕੂਟਰ ਉੱਤੇ ਤੇਜ਼ੀ ਨਾਲ ਦੌੜਿਆ ਅਤੇ ਸ਼ਮਸ਼ਾਨ ਜਾ ਕੇ ਲੱਕੜਾਂ ਦੇ ਪ੍ਰਬੰਧ ਵਿੱਚ ਰੁੱਝ ਗਿਆ। ਸ਼ਮਸ਼ਾਨ ਵਾਲੇ ਨੂੰ ਕਹਿ ਰਿਹਾ ਹੈ, 4 ਕੁਇੰਟਲ ਲੱਕੜੀਆਂ ਤੋਲੋ। ਬੰਦਾ ਚੰਗਾ ਸੀ, ਲੱਕੜ ਵੱਧ ਵੀ ਲੱਗ ਜਾਵੇ ਕੋਈ ਗੱਲ ਨਹੀਂ। ਸਕੂਟਰ ਵਾਲਾ ਤੋਲਣ ਵਾਲੇ ਨੂੰ ਇਹ ਕਹਿ ਰਿਹਾ ਹੈ, ਲਾਸ਼ ਤਾਂ 2 ਕੁਇੰਟਲ ਨਾਲ ਹੀ ਜਲ ਜਾਵੇਗੀ, ਪਰ ਇਹ ਸੇਠ ਸੀ, 4 ਕੁਇੰਟਲ ਨਾਲ ਇਸ ਮੁਰਦੇ ਨੂੰ ਕੀ ਫਰਕ ਪੈਂਦਾ ਹੈ। ਗਰੀਬ ਨੂੰ 2 ਕੁਇੰਟਲ ਨਾਲ ਜਲਾਇਆ ਜਾ ਸਕਦਾ ਹੈ, ਅਮੀਰ ਨੂੰ 4 ਕੁਇੰਟਲ ਨਾਲ ਕੋਈ ਫਰਕ ਨਹੀਂ। ਮੁਰਦੇ ਲਈ ਸਭ ਇੱਕੋ ਹੀ ਹਨ।
ਮੁਰਦਾ ਪਰਾਇਆ ਹੋ ਗਿਆ, ਸ਼ਮਸ਼ਾਨ ਘਾਟ ਆ ਗਈ। ਜਿਨ੍ਹਾਂ ਨੂੰ ਬਹੁਤੀ ਕਾਹਲੀ ਹੈ ਉਹ ਕਹਿ ਰਹੇ ਹਨ ਜਲਦੀ ਚਿਖਾ ਵਿੱਚ ਰੱਖੋ ਤੇ ਅੱਗ ਦਿਓ। ਮੁਰਦਾ ਜ਼ਮੀਨ ਤੇ ਰੱਖ ਦਿੱਤਾ ਸਮੇਤ ਅਰਥੀ। ਲੱਕੜਾਂ ਜੋੜਨ ਵਾਲੇ ਤੇਜ਼ੀ ਨਾਲ ਲੱਕੜਾਂ ਜੋੜ ਰਹੇ ਹਨ। ਘਾਹ, ਨਾਰੀਅਲ, ਸਰਕੜਾ, ਮਾਚਿਸ ਤੇ ਘਿਓ ਸੰਭਾਲੇ ਜਾ ਰਹੇ ਹਨ। ਤੁਹਾਡਾ ਅੰਤਮ ਸਵਾਗਤ ਕਰਨ ਲਈ ਇਹ ਚੀਜ਼ਾਂ ਇੱਥੇ ਲਿਆਂਦੀਆਂ ਗਈਆਂ ਹਨ। ਆਪਣੇ ਸਰੀਰ ਨੂੰ ਤੁਸੀਂ ਹਲਵਾ ਪੂਰੀ ਖਵਾ ਕੇ ਪਾਲਿਆ ਜਾਂ ਸੁੱਕੀ ਰੋਟੀ ਖਵਾ ਕੇ, ਇਸ ਨਾਲ ਹੁਣ ਕੀ ਫਰਕ ਹੈ? ਸੋਨੇ ਦੇ ਗਹਿਣੇ ਪਹਿਨ ਕੇ ਜੀਂਦੇ ਰਹੇ ਜਾਂ ਬਿਨਾਂ ਗਹਿਣਿਆਂ ਦੇ ਜੀਏ, ਇਸ ਨਾਲ ਵੀ ਕੀ ਫਰਕ ਪੈਂਦਾ ਹੈ? ਆਖਰ ਤਾਂ ਇਸ ਸਰੀਰ ਨੂੰ ਅਗਨੀ ਨੇ ਹੀ ਸੰਭਾਲਣਾ ਹੈ। ਲੰਕਾ ਗੜ ਸੋਨੇ ਕਾ ਭਿਆ, ਮੂਰਖ ਰਾਵਨ ਕਿਆ ਲੈ ਗਿਆ। ਕਹਿਤ ਕਬੀਰ ਕਿਛ ਗੁਣ ਵਿਚਾਰ, ਚਲੇ ਜੁਆਰੀ ਦੋਏ ਹੱਥ ਝਾਰ। ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਿਸਾਰੀ। ਸੰਸਾਰ ਦੀਆਂ ਗੱਲਾਂ ਬਾਤਾਂ ਵਿੱਚ ਬਹੁਤ ਸਵਾਸ ਇਹ ਜੀਵ ਬੇਅਰਥ ਗਵਾ ਦਿੰਦਾ ਏ। ਅਰਥੀ ਲੱਕੜਾਂ ਦੇ ਵਿੱਚ ਸਜ ਗਈ। ਲੱਕੜਾਂ ਵਿੱਚ ਸਰਕੜਾ, ਘਾਹ ਵੀ ਰੱਖਿਆ ਗਿਆ। ਇੱਕ ਬੰਦਾ ਮੈਨੇਜਮੈਂਟ ਕਰ ਰਿਹਾ ਹੈ, ਦੇਖਭਾਲ ਕਰ ਰਿਹਾ ਹੈ। ਉੱਥੇ ਵੀ ਨੇਤਾਗਰੀ ਨਹੀਂ ਛੁੱਟੀ। ਇੰਜ ਕਰੋ, ਇੰਜ ਕਰੋ, ਇਹ ਜਾਣਕਾਰੀ ਦਿੰਦਾ ਜਾਂਦਾ ਹੈ। ਉਹ ਮੈਨੇਜਮੈਂਟ ਵਾਲੇ ਮਨੁੱਖ, ਤੇਰੇ ਨਾਲ ਵੀ ਮੌਤ ਨੇ ਇਹੀ ਸਲੂਕ ਕਰਨਾ ਏ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਮੁਰਦੇ ਦੇ ਪੁੱਤਰ ਧੀਆਂ, ਰਿਸ਼ਤੇਦਾਰ, ਭਾਈ ਬੀਬੀਆਂ ਮਨ ਦੇ ਦੁੱਖ ਹੰਝੂਆਂ ਰਾਹੀਂ ਕੇਰ ਰਹੇ ਹਨ। ਕੁਝ ਨਰ ਨਾਰੀ ਦੇ ਅੰਦਰੋਂ ਹੰਝੂ ਨਹੀਂ ਆ ਰਹੇ। ਉਹ ਕੋਲ ਖੜੇ ਹੀ ਉਹਨਾਂ ਨੂੰ ਦਿਲਾਸਾ ਦਿੰਦੇ ਹਨ। ਇਹ ਹੁਕਮ ਸੀ, ਭਾਣਾ ਸੀ। ਕੋਈ ਦੁਕਾਨ ਤੇ ਜਾਣ ਦੀ ਚਿੰਤਾ ਵਿੱਚ ਹੈ, ਕੋਈ ਨੌਕਰੀ ਤੇ, ਕੋਈ ਹੋਰ ਕੰਮਕਾਰ ਤੇ ਜਾਣ ਦੀ ਚਿੰਤਾ ਵਿੱਚ ਹੈ। ਹੁਣ ਤੁਹਾਡੀ ਚਿੰਤਾ ਕਿਸ ਨੂੰ ਹੈ? ਕਦ ਤੱਕ ਕਰਨਗੇ ਲੋਕ ਤੁਹਾਡੀ ਚਿੰਤਾ? ਤੁਹਾਨੂੰ ਸ਼ਮਸ਼ਾਨ ਘਾਟ ਤੱਕ ਪਹੁੰਚਾ ਦਿੱਤਾ, ਚਿਖਾ ਤੇ ਲਟਾ ਦਿੱਤਾ, ਮਾਚਿਸ ਦਾਨ ਕਰ ਦਿੱਤੀ, ਗੱਲ ਮੁੱਕੀ। ਹੁਣ ਲੋਕ ਜਾਣ ਨੂੰ ਉਤਾਵਲੇ ਹਨ। ਕੁਝ ਕਹਿ ਰਹੇ ਹਨ ਚਿਖਾ ਨੂੰ ਅੱਗ ਦਿਓ, ਬਹੁਤ ਦੇਰ ਹੋ ਗਈ, ਛੇਤੀ ਕਰੋ, ਛੇਤੀ ਕਰੋ, ਇਸ਼ਾਰੇ ਹੋ ਰਹੇ ਹਨ। ਉਹੋ ਹੀ ਦੋਸਤ ਸਨ ਜੋ ਤੁਹਾਨੂੰ ਕਹਿੰਦੇ ਸਨ ਬੈਠੇ ਰਹੋ, ਤੁਸੀਂ ਸਾਡੇ ਨਾਲ ਰਹੋ। ਹੁਣ ਉਹੋ ਹੀ ਦੋਸਤ ਮਿੱਤਰ ਘਰ ਵਾਲੇ ਕਹਿ ਰਹੇ ਹਨ ਛੇਤੀ ਕਰੋ, ਅੱਗ ਦਿਓ ਚਿਖਾ ਨੂੰ, ਜਾਨ ਛੱਡੋ ਸਾਡੀ। ਵਾਹ ਬਈ ਵਾਹ, ਸੰਸਾਰ ਦੇ ਮਿੱਤਰੋ, ਰਿਸ਼ਤੇਦਾਰੋ, ਧੰਨਵਾਦ, ਤੁਹਾਡੀ ਪੋਲ ਖੁੱਲ ਗਈ। ਛੱਡ ਕੇ ਜਿੰਦੇ ਨਹੀਂ ਤੈਨੂੰ ਸੰਗੀ ਸਾਥੀ ਨਾਲ ਦੇ। ਸਭ ਲੰਗੋਟੀਏ ਯਾਰ ਮਿੱਤਰ ਕਾਹਲੀ ਕਰ ਰਹੇ ਹਨ। ਖੁੱਲ ਕੇ ਤਾਂ ਨਹੀਂ ਬੋਲਦੇ, ਪਰ ਅੰਦਰ ਹੀ ਅੰਦਰ ਕਹਿ ਰਹੇ ਹਨ ਹੁਣ ਦੇਰ ਨਾ ਕਰੋ, ਸਿਰ ਵੱਲ ਅੱਗ ਦਿਓ, ਆਪਣੇ ਚਾਰ ਚੁਫੇਰੇ ਅੱਗ ਨੂੰ ਘੁਮਾਓ ਤਾਂ ਜੋ ਸਿੱਧਾ ਸਵਰਗ ਨੂੰ ਜਾਵੇ। ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕੁਮਲਾਰੇ। ਸਿਰ ਤੋਂ ਲੈ ਕੇ ਚਾਰ ਚੁਫੇਰੇ ਪੈਰਾਂ ਵੱਲ ਵੀ ਇੱਕ ਬੰਦਾ ਅੱਗ ਲਗਾ ਰਿਹਾ ਹੈ। ਭਵਕ ਭਵਕ ਅਗਨੀ ਸ਼ੁਰੂ ਹੋ ਗਈ। ਤੁਹਾਡੇ ਉੱਪਰ ਪਾਏ ਹੋਏ ਕੱਪੜੇ ਤੱਕ ਅੱਗ ਪਹੁੰਚ ਗਈ। ਲੱਕੜਾਂ ਹੌਲੀ ਹੌਲੀ ਅੱਗ ਫੜ ਰਹੀਆਂ ਹਨ। ਹੁਣ ਅੱਗ ਬੁਝਾਉਣੀ ਤੁਹਾਡੇ ਵੱਸ ਦੀ ਗੱਲ ਨਹੀਂ।
ਤੁਹਾਡੇ ਮਿੱਤਰਾਂ ਨੂੰ ਫਾਇਰ ਬ੍ਰਿਗੇਡ ਦੀ ਕੋਈ ਲੋੜ ਨਹੀਂ ਰਹੀ। ਹੁਣ ਡਾਕਟਰ ਹਕੀਮਾਂ ਨੂੰ ਸੱਦਣ ਦਾ ਮੌਕਾ ਨਹੀਂ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਹੁਣ ਸਭ ਨੇ ਘਰ ਜਾਣਾ ਹੈ, ਤੁਹਾਨੂੰ ਛੱਡ ਕੇ ਵਿਦਾ ਹੋਣਾ ਹੈ। ਧੂਆਂ ਨਿਕਲ ਰਿਹਾ ਹੈ, ਅੱਗ ਦੀਆਂ ਲਪਟਾਂ ਉੱਪਰ ਉੱਠ ਰਹੀਆਂ ਹਨ। ਸਨੇਹੀ ਸਾਥੀ ਅੱਗ ਦੇ ਸੇਕ ਤੋਂ ਦੂਰ ਭੱਜ ਰਹੇ ਹਨ। ਚੌਹੀਂ ਪਾਸੀ ਅੱਗ ਦੀ ਲਪੇਟ ਵਿੱਚ ਤੁਸੀਂ ਇਕੱਲੇ ਜਲ ਰਹੇ ਹੋ। हाड़ जले जैसे लकड़ी का तूला, केस जले जैसे घास का पूला। कौ कबीर तब ही नर जागे, जम का डंड मूंड में लागे। अर्थी नूं अग ने घेरिया ते लोकां नूं भुख ने घेरिया। कुछ बंदे उत्थों खिसक गए, कुछ रह गए। शमशान विच एक मैनेजमेंट करन वाला, जिस दे हत्थ विच लोहे ਦਾ ਲੰਬਾ ਰਾਡ ਫੜਿਆ ਹੈ, ਜਦੋਂ ਲੱਕੜ ਦੂਰ ਗਿਰਦੀ ਹੈ ਉਸ ਨੂੰ ਚਿਖਾ ਦੇ ਨੇੜੇ ਕਰ ਦਿੰਦਾ ਏ। ਮੂੰਹ ਵਿੱਚ ਘਿਓ ਪਾਇਆ ਸੀ, ਅੱਖਾਂ ਵਿੱਚ ਵੀ। ਤੁਹਾਡੇ ਸਰੀਰ ਨੂੰ ਸ਼ਮਸ਼ਾਨ ਦੀ ਅੱਗ ਨੇ ਪੂਰੀ ਤਰ੍ਹਾਂ ਘੇਰ ਲਿਆ ਹੈ। ਸਰੀਰ ਦੀ ਚਰਬੀ ਨੂੰ ਅੱਗ ਸਵਾਹ ਕਰ ਰਹੀ ਹੈ। ਖੋਪਰੀ ਨੂੰ ਵੀ ਅੱਗ ਪੈ ਗਈ। ਹੱਡੀਆਂ ਪਸਲੀਆਂ ਇੱਕ ਇੱਕ ਕਰਕੇ ਵੱਖ ਹੋ ਰਹੀਆਂ ਹਨ। ਓਹੋ, ਕਿਤਨਾ ਸੰਭਾਲਿਆ ਸੀ ਇਸ ਸਰੀਰ ਨੂੰ, ਕਿਤਨਾ ਪਿਆਰਾ ਸੀ ਸਰੀਰ। ਜਰਾ ਜਿਹੀ ਕਿਡਨੀ ਖਰਾਬ ਹੋ ਜਾਂਦੀ ਤਾਂ ਇਲਾਜ ਲਈ ਅਮਰੀਕਾ, ਕੈਨੇਡਾ, ਇੰਗਲੈਂਡ ਵੱਲ ਦੌੜਦੇ ਸੀ। ਹੁਣ ਤਾਂ ਪੂਰੀ ਦੇਹ ਖਰਾਬ ਹੋ ਗਈ ਹੈ। ਕਿੱਥੇ ਤੱਕ ਦੌੜੋਗੇ? ਕਦ ਤੱਕ ਦੌੜੋਗੇ? ਕਿਤੇ ਸਰੀਰ ਵਿੱਚ ਚੋਟ ਲੱਗਦੀ ਸਪੈਸ਼ਲਿਸਟ ਡਾਕਟਰਾਂ ਨਾਲ ਘਿਰ ਜਾਂਦੇ ਸੀ। ਹੁਣ ਇੱਥੇ ਵਾਹਿਗੁਰੂ ਤੋਂ ਬਗੈਰ ਕੋਈ ਸਹਾਈ ਨਹੀਂ ਹੋ ਸਕਦਾ। ਗਿਆਨ ਤੋਂ ਬਗੈਰ ਇਸ ਮੌਤ ਦੀ ਅੱਗ ਤੋਂ ਤੁਸੀਂ ਬਚ ਨਹੀਂ ਸਕੋਗੇ। ਡਾਕਟਰਾਂ, ਸਪੈਸ਼ਲਿਸਟਾਂ ਨੇ ਵੀ ਇਸੇ ਰਸਤੇ ਜਾਣਾ ਹੈ, ਭਾਵੇਂ ਜਿੰਨੀਆਂ ਮਰਜ਼ੀ ਫੀਸਾਂ ਲੈ ਲੈਣ। ਪਰ ਕਦ ਤੱਕ ਰੱਖ ਸਕਣਗੇ? ਕਬੀਰ ਵੈਦ ਮੂਆ, ਰੋਗੀ ਮੂਆ, ਮੂਆ ਸਭ ਸੰਸਾਰ। ਏਕ ਕਬੀਰ ਨਾ ਮੂਆ, ਜੇ ਨਾਹੀ ਰੋਵਣਹਾਰ। ਬੇਰਹਿਮੀ ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਸਾਰਾ ਸਰੀਰ ਰਾਖ ਦੀ ਢੇਰੀ ਬਣ ਗਈ। ਭਾਵੇਂ ਸੇਠ ਸੀ, ਭਾਵੇਂ ਨੌਕਰ, ਭਾਵੇਂ ਰਾਜਾ ਸੀ, ਭਾਵੇਂ ਗਰੀਬ। ਸ਼ਮਸ਼ਾਨ ਵਿੱਚ ਹੁਣ ਅੰਗਿਆਰਾਂ ਤੋਂ ਰਾਖ ਦਾ ਢੇਰ ਬਣ ਗਿਆ। ਤੁਹਾਡੇ ਨਾਤੇ ਰਿਸ਼ਤੇ ਸਭ ਟੁੱਟ ਗਏ। ਆਪਣੇ ਅਤੇ ਪਰਾਏ ਦੇ ਸੰਬੰਧ ਟੁੱਟ ਗਏ। ਸਰੀਰ ਦੀ ਜਾਤ, ਕਾਲਾਪਨ ਤੇ ਗੋਰਾਪਨ ਖਤਮ ਹੋ ਗਿਆ। ਕੁਟੰਬੀ, ਮਿੱਤਰ, ਸਨੇਹੀ ਸਭ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਤੇ ਕਹਿ ਗਏ, ਅਸੀਂ 3 ਦਿਨ ਬਾਅਦ ਆਵਾਂਗੇ ਫੁੱਲ ਚੁਗਣ ਲਈ। ਹੁਣ ਹੱਡੀਆਂ ਨੂੰ ਫੁੱਲ ਕਹਿ ਕੇ ਕੀ ਖੁਸ਼ੀ ਪ੍ਰਾਪਤ ਕਰੋਗੇ? ਫੁੱਲਾਂ ਦਾ ਫੁੱਲ ਤਾਂ ਤੁਹਾਡੀ ਚੇਤਨਤਾ ਸੀ। ਤੀਜੇ ਦਿਨ ਮਿੱਤਰ ਮੇਲੀ ਆਏ ਤੇ ਚਿਮਟੇ ਨਾਲ ਇੱਧਰ ਉੱਧਰੋਂ ਫਰੋਲ ਕੇ ਅਸਤੀਆਂ, ਹੱਡੀਆਂ ਨੂੰ ਅਸਤੀਆਂ ਕਿਹਾ, ਇਕੱਠੀਆਂ 1 ਕਿਲੋ ਇਕੱਠੀਆਂ ਕਰ ਲਈਆਂ ਤੇ ਤੁਹਾਨੂੰ ਇੱਕ ਚਾਕਲੇਟ ਵਾਲੇ ਜਾਂ ਬਿਸਕੁਟਾਂ ਵਾਲੇ ਡੱਬੇ ਵਿੱਚ ਬੰਦ ਕਰ ਦਿੱਤਾ। ਮਿੱਤਰਾਂ ਨੇ ਕਿਹਾ, ਫੁੱਲ ਘਰ ਨਹੀਂ ਲੈ ਕੇ ਜਾਣੇ, ਕਿਸੇ ਦਰਖਤ ਦੀ ਟਾਹਣੀ ਨਾਲ ਬੰਨ੍ਹ ਦਿਓ। ਜਦ ਹਰਿਦੁਆਰ ਜਾਂ ਪਤਾਲਪੁਰੀ ਜਾਵਾਂਗੇ ਲੈ ਜਾਵਾਂਗੇ। ਹੁਣ ਕੋਈ ਖਾਸ ਦੋਸਤ ਵੀ ਇਹ ਡੱਬਾ ਆਪਣੇ ਘਰ ਲੈ ਜਾਣਾ ਪਸੰਦ ਨਹੀਂ ਕਰਦਾ। ਲੋਕ ਬੜੇ ਚਲਾਕ ਹਨ, ਸੋਚਦੇ ਹਨ ਉਹ ਹੁਣ ਇਸ ਨਾਲ
ਸਾਡੀ ਕੀ ਗਰਜ ਹੈ। ਦੁਨੀਆ ਦੀ ਦੋਸਤੀ ਸੁਗਾਤਾਂ ਦੀ ਦੋਸਤੀ ਹੈ। ਇਹਨਾਂ ਫੁੱਲਾਂ ਤੋਂ ਕੀ ਲੈਣਾ ਹੈ। ਦੁਨੀਆ ਦੇ ਲੋਕ ਬੁਲਾਉਣਗੇ ਤਾਂ ਕੁਝ ਲੈਣ ਲਈ ਤੁਹਾਡੇ ਕੋਲ, ਹੁਣ ਤੁਹਾਡੇ ਕੋਲ ਦੇਣ ਜੋਗਾ ਕੁਝ ਬਚਿਆ ਹੀ ਨਹੀਂ। ਤੁਸੀਂ ਦਰਖਤ ਨਾਲ ਚਾਕਲੇਟ ਦੇ ਡੱਬੇ ਵਿੱਚ ਟੰਗੇ ਗਏ। ਦੇਖ ਲਓ ਆਪਣੇ ਕੀਮਤੀ ਜੀਵਨ ਦੀ ਹਾਲਤ। ਜਦ ਬਿੱਲੀ ਦਿਸਦੀ ਹੈ ਤਾਂ ਕਬੂਤਰ ਅੱਖਾਂ ਬੰਦ ਕਰਕੇ ਮੌਤ ਤੋਂ ਬਚਣਾ ਚਾਹੁੰਦਾ ਹੈ, ਪਰ ਬਿੱਲੀ ਉਸ ਨੂੰ ਚੱਟ ਕਰ ਜਾਂਦੀ ਹੈ। ਜਦੋਂ ਵਾਹਿਗੁਰੂ ਜੀ ਨੂੰ ਭੁਲਾ ਦੇਵੋਗੇ ਮੌਤ ਛੱਡੇਗੀ ਨਹੀਂ। ਗੁਰਮੁਖ ਆਏ ਜਾਏ ਨਸੰਗ, ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਮੌਤ ਨੂੰ ਜਿੱਤਣ ਦੀ ਕੁੰਜੀ ਵਾਹਿਗੁਰੂ ਦਾ ਸਿਮਰਨ ਹੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਸਿਮਰਨ ਮੋਹ ਤੇ ਹਉਮੈ ਦਾ ਨਾਸ ਕਰ ਦਿੰਦਾ ਏ। ਚੌਥੇ ਦਿਨ ਦੀ ਰਸਮ ਨਿਭਾਉਣ ਲਈ ਲੋਕ ਇਕੱਠੇ ਘਰ ਵਿੱਚ ਹੋ ਗਏ ਹਨ। ਹੱਸਣ ਵਾਲੇ ਦੁਸ਼ਮਣਾਂ ਨੇ ਘਰ ਵਿੱਚ ਬੈਠਿਆਂ ਥੋੜਾ ਬਹੁਤਾ ਹੱਸ ਲਿਆ। ਰੋਣ ਵਾਲੇ ਸਨੇਹੀਆਂ ਨੇ ਥੋੜਾ ਰੋ ਲਿਆ। ਦਿਖਾਵਾ ਕਰਨ ਵਾਲਿਆਂ ਨੇ ਦਿਖਾਵਾ ਕਰ ਲਿਆ। ਪਰ ਸਭਾ ਵਿੱਚ ਆਏ ਹੋਏ ਲੋਕ ਤੁਹਾਡੀ ਮੌਤ ਬਾਰੇ ਚਰਚਾ ਕਰ ਰਹੇ ਹਨ। ਮੌਤ ਕਿਵੇਂ ਹੋਈ? ਆਖਿਆ ਸਿਰ ਦੁਖਦਾ ਸੀ, ਪਾਣੀ ਮੰਗਿਆ, ਪਾਣੀ ਦਿੱਤਾ ਤੇ ਪੀਂਦੇ ਪੀਂਦੇ ਚਲੇ ਗਏ। ਅਸਥੀਆਂ ਦਾ ਡੱਬਾ ਪੇੜ ਨਾਲ ਲਟਕ ਰਿਹਾ ਹੈ। ਦਿਨ ਬੀਤ ਰਹੇ ਹਨ, ਮੌਕਾ ਆਇਆ ਉਹ ਡੱਬਾ ਕੀਰਤਪੁਰ ਸਾਹਿਬ ਜਾਂ ਹਰਿਦੁਆਰ ਲੈ ਜਾਇਆ ਜਾ ਰਿਹਾ ਹੈ। ਇੱਕ ਥੈਲੀ ਵਿੱਚ ਪਾ ਕੇ ਟ੍ਰੇਨ ਦੀ ਸੀਟ ਹੇਠ ਰੱਖਿਆ। ਨਾਲ ਦੇ ਬੈਠੇ ਬੰਦੇ ਪੁੱਛ ਰਹੇ ਹਨ, ਇਸ ਡੱਬੇ ਵਿੱਚ ਕੀ ਹੈ? ਤੁਹਾਡੇ ਮਿੱਤਰ ਜਾਂ ਘਰ ਦੇ ਪਰਿਵਾਰ ਵਾਲਾ ਮੈਂਬਰ ਕਹਿੰਦਾ ਹੈ, ਨਹੀਂ ਨਹੀਂ, ਕੁਝ ਨਹੀਂ, ਬਸ ਐਵੇਂ ਹੀ, ਇਸ ਵਿੱਚ ਅਸਥੀਆਂ ਹਨ। ਇਹ ਕਰਕੇ ਪੈਰਾਂ ਨਾਲ ਅਸਥੀਆਂ ਵਾਲੇ ਡੱਬੇ ਨੂੰ ਉਹ ਨਾਲ ਬੈਠਾ ਬੰਦਾ ਧੱਕ ਰਿਹਾ ਹੈ। ਵਾਹ ਬਈ ਵਾਹ ਸੰਸਾਰ! ਤੁਹਾਡੀਆਂ ਅਸਥੀਆਂ ਤੋਂ ਵੀ ਲੋਕ ਨਫ਼ਰਤ ਕਰਦੇ ਹਨ ਕਿ ਟ੍ਰੇਨ ਵਿੱਚ ਰੱਖਣ ਦੇ ਲਾਇਕ ਨਹੀਂ। ਇਹ ਤਨ ਹੋਏਗੋ ਭਸਮ ਕੀ ਢੇਰੀ। ਮਿੱਤਰ ਹਰਿਦੁਆਰ ਪਹੁੰਚ ਗਏ। ਪਾਂਡਿਆਂ ਨੇ ਉਹਨਾਂ ਨੂੰ ਘੇਰ ਲਿਆ। ਪਾਂਡੇ ਨੇ ਅਸਥੀਆਂ ਗੰਗਾ ਵਿੱਚ ਸੁੱਟ ਕੇ ਦਛਣਾ ਲੈ ਲਈ। ਮਿੱਤਰ ਹੁਣ ਪ੍ਰਸ਼ਾਦਾ ਪਾਣੀ ਛਕ ਕੇ ਟ੍ਰੇਨ ਦਾ ਟਾਈਮ ਪੁੱਛਣ ਲੱਗੇ, ਕਦੋਂ ਜਾਵੇਗੀ? ਟ੍ਰੇਨ ਤੇ ਜਲਦੀ ਵਾਪਸ ਜਾਣਾ ਹੈ ਕਿਉਂਕਿ ਦਫ਼ਤਰ ਵਿੱਚ ਹਾਜ਼ਰ ਹੋਣਾ ਹੈ, ਜਾਂ ਦੁਕਾਨ ਸੰਭਾਲਣੀ ਹੈ। ਮਿੱਤਰ ਸੋਚਦੇ ਹਨ, ਉਸ ਨੂੰ ਵਿਦਾਇਗੀ ਦੇ ਦਿੱਤੀ, ਅਸੀਂ ਥੋੜੀ ਮਰਨਾ ਹੈ। ਅੱਜ ਤੁਸੀਂ ਆਪਣੀ ਮੌਤ ਦੀ ਯਾਤਰਾ ਵੇਖੀ, ਆਪਣੀ ਲਾਸ਼ ਦੀ, ਆਪਣੀਆਂ ਹੱਡੀਆਂ ਦੀ ਹਾਲਤ ਵੇਖ ਲਈ। ਹਾਡ ਮਾਸ ਨਾੜੀ ਕੋ ਪਿੰਜਰ ਵਿੱਚ ਪੰਖੀ ਵਸੇ ਵਿਚਾਰਾ। ਪਤਾ ਨਹੀਂ ਇਹ ਪੰਛੀ ਨੇ ਕਦੋਂ ਉਡਾਰੀ ਮਾਰ ਜਾਣੀ ਹੈ। ਨਾਮ ਜਪ ਲਓ। ਤੁਸੀਂ ਇੱਕ ਅਜਿਹੀ ਚੇਤਨਾ ਹੋ ਕਿ ਮੌਤ ਤੋਂ ਬਾਅਦ ਵੀ ਹੋ। ਤੁਹਾਡੀਆਂ ਹੱਡੀਆਂ ਜਲਣ ਤੋਂ ਬਾਅਦ ਵੀ ਤੁਸੀਂ ਉਸ ਤੋਂ ਅੱਡ ਰਹਿਣ ਵਾਲੀ ਜੋਤ ਹੋ। ਤੁਹਾਡੀ ਅਰਥੀ ਸੜਨ ਤੋਂ ਬਾਅਦ ਵੀ ਤੁਸੀਂ ਅਰਥੀ ਤੋਂ ਵੱਖ ਚੇਤਨਾ ਹੋ। ਤੁਸੀਂ ਆਤਮਾ ਹੋ। ਇਹ ਜੀਵ ਇਸ ਸਰੀਰ ਦੀ ਅੰਤਮ ਯਾਤਰਾ ਤੋਂ ਬਾਅਦ ਵੀ ਬਚਦਾ ਹੈ, ਅਰਥੀ ਤੋਂ ਬਾਅਦ ਵੀ ਬਚਦਾ ਹੈ, ਜਨਮ ਤੋਂ ਪਹਿਲਾਂ ਤੇ ਬਾਅਦ ਵੀ ਬਚਦਾ ਹੈ। ਨਾ ਉਹ ਮਰੇ ਨਾ ਹੋਵੇ ਸੋਗ,
ਹਉਮੈ ਅਤੇ ਮੋਹ ਆਖਰੀ ਰੁਕਾਵਟ ਹੈ। ਇਸ ਅਭਿਆਸ ਨੂੰ ਵਧਾਉਂਦੇ ਰਹੋ। ਆਪਣੇ ਆਪ ਨੂੰ ਇਹ ਦ੍ਰਿਸ਼ ਵਿਵੇਕੀ ਅਤੇ ਵੈਰਾਗੀ ਬਣਾਓ। ਇਸ ਸਰੀਰ ਦੇ ਮੋਹ ਨੂੰ ਟੁੱਟਣ ਦਿਓ। ਸਰੀਰ ਦਾ ਮੋਹ ਟੁੱਟੇਗਾ ਤਾਂ ਹੋਰ ਸਾਰੇ ਰਿਸ਼ਤੇ ਨਾਤੇ ਅੰਦਰੋਂ ਢਿੱਲੇ ਹੋ ਜਾਣਗੇ। ਦੇਹ ਦੇ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਦੇਹ ਤੋਂ ਅੱਡ ਅਨੁਭਵ ਕਰੋ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਤੀ ਧਰਮਸ਼ਾਲਾ ਹੈ। ਇੱਥੇ ਕਈ ਆ ਕੇ ਚਲੇ ਗਏ, ਕੋਈ ਰਹਿੰਦਾ ਨਹੀਂ। ਤੁਹਾਡੇ ਵੱਡੇ ਵੱਡੇ ਸੰਬੰਧੀ ਤੁਹਾਡਾ ਸਮਾਂ ਕਈ ਵਾਰ ਬਰਬਾਦ ਕਰ ਜਾਂਦੇ ਹਨ, ਗੱਲਾਂ ਬਾਤਾਂ ਕਰਕੇ। ਦੁੱਖ ਵਿੱਚ ਕੋਈ ਮੋਹ ਮਮਤਾ ਨਹੀਂ ਹੁੰਦੀ, ਮੋਹ ਮਮਤਾ ਸੁਖ ਵਿੱਚ ਹੁੰਦੀ ਹੈ। ਮਿੱਤਰਾਂ ਵਿੱਚ, ਰਿਸ਼ਤੇਦਾਰਾਂ ਵਿੱਚ ਹੁੰਦੀ ਹੈ। ਮਿੱਤਰ ਦੋਸਤ ਸਮਾਂ ਖਾ ਜਾਂਦੇ ਹਨ। ਉਹ ਸਾਨੂੰ ਬੇਹੋਸ਼ੀ ਵਿੱਚ ਰੱਖਦੇ ਹਨ। ਜੋ ਕਰਨਾ ਹੈ ਉਹ ਰਹਿ ਜਾਂਦਾ ਹੈ। ਇੱਕ ਫਕੀਰ ਲਿਖਦਾ ਹੈ, ਮੈਨੂੰ ਮਿੱਤਰਾਂ ਔਰ ਬਨੌਟੀ ਸੁੱਖਾਂ ਤੋਂ ਵਾਹਿਗੁਰੂ ਪਰੇ ਰੱਖੀ। ਜਦੋਂ ਬਿਰਤੀ ਜੁੜ ਗਈ, ਦੁੱਖ ਸੁਖ ਲੋਹਾ ਸੋਨਾ ਖੁਸ਼ੀ ਗਮੀ ਉਤਰਾ ਚੜਾ ਇੱਕ ਹੋ ਜਾਂਦੇ ਹਨ। ਮੌਤ ਨੂੰ ਵੇਖਣ ਵਾਲੇ ਤੁਸੀਂ ਦ੍ਰਿਸ਼ਟਾ ਹੋ। ਤੁਸੀਂ ਕਿਸ ਤਰ੍ਹਾਂ ਮਰ ਸਕਦੇ ਹੋ? ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸਰੀਰ ਬਦਲਦਾ ਹੈ। 1 ਜੂਨ ਤੋਂ ਦੂਜੀ ਤੱਕ ਯਾਤਰਾ ਕਰ। ਐ ਮੌਤ, ਤੂੰ ਸਰੀਰਾਂ ਨੂੰ ਵਿਗਾੜ ਸਕਦੀ ਹੈ, ਪਰ ਆਤਮਾ ਦਾ ਕੁਝ ਨਹੀਂ ਵਿਗਾੜ ਸਕਦੀ। ਮੈਂ ਆਤਮਾ ਹਾਂ, ਕਹੋ ਕਬੀਰ ਇਹ ਰਾਮ ਕੀ ਅੰਸ਼। ਸਾਧਨਾ ਦੇ ਰਸਤੇ ਤੇ ਹਜ਼ਾਰਾਂ ਵਿਘਨ ਹੋਣਗੇ, ਲੱਖਾਂ ਕੰਡੇ ਹੋਣਗੇ। ਇਹਨਾਂ ਸਾਰਿਆਂ ਤੇ ਨਿਰਭੈ ਹੋ ਕੇ ਫਤਿਹ ਪਾਓ। ਮਿੱਥਿਆ ਸਰੀਰ ਨੂੰ ਗਿਆਨ ਦੀ ਅੱਗ ਵਿੱਚ ਜਲਾ ਦਿਓ। ਬਾਹਰ ਦੇ ਦੁੱਖਾਂ ਸਾਹਮਣੇ ਹੁਣ ਘਬਰਾਉਣ ਦੀ ਲੋੜ ਨਹੀਂ। ਲਾਲਚ ਦੀ ਕੋਈ ਲੋੜ ਨਹੀਂ। ਆਖਰ ਤਾਂ ਮਰਨਾ ਹੀ ਹੈ। ਪਹਿਲਾ ਮਰਨ ਕਬੂਲ ਕਰ, जीवन की छड़ आस। होए सगल की रेणका तो आओ हमारे पास। असली संत भगत प्रेमी वो है जो हजारां विघन आउण ते भी ना रुके, लखां लालच आउण ते भी ना फसे, भै दे हजारां मौके आउण ते भी भै भीत ना होवे, ਲੱਖਾਂ ਧੰਨਵਾਦ ਮਿਲਣ ਤਾਂ ਵੀ ਹੰਕਾਰ ਨਾ ਕਰੇ। ਵਾਹਿਗੁਰੂ ਦਾ ਪੂਰਨ ਸਹਾਰਾ ਲਓ। ਮੌਤ ਆ ਜਾਵੇ ਤਾਂ ਇੱਕ ਵਾਰੀ ਉਸ ਦੇ ਸਿਰ ਉੱਤੇ ਪੈਰ ਰੱਖਣ ਦੀ ਤਾਕਤ ਪੈਦਾ ਕਰੋ। ਕਦ ਤੱਕ ਡਰਦੇ ਰਹੋਗੇ? ਤੁਸੀਂ ਸਭ ਬੇਕਾਰ ਸੋਚ ਰਹੇ ਹੋ कि ऐ मिल जाए, ऐ मिल जाए, सुखी हो जावांगा। जो सुख को चाहे सदा सरन राम की ले, कहो नानक हर भज मना दुर्लभ मानुख दे। आखिर ये संसार सुपना है, गुजर जान दिओ सुपने नूं। ਤੁਸੀਂ ਜਦ ਨਿਸ਼ਚਿੰਤ ਹੋ ਜਾਓਗੇ ਤਾਂ ਤੁਹਾਡੇ ਲਈ ਵਾਹਿਗੁਰੂ ਚਿੰਤਾ ਕਰੇਗਾ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਕਿ ਮੇਰਾ ਭਗਤ ਭੁੱਖਾ ਨਾ ਰਹਿ ਜਾਏ। ਤੁਸੀਂ ਚਾਚਾ ਹੋ ਕੇ ਭਤੀਜਾ ਕਿਉਂ ਬਣਦੇ ਹੋ?
ਆਤਮਾ ਹੋ ਕੇ ਸਰੀਰ ਕਿਉਂ ਬਣ ਜਾਂਦੇ ਹੋ? ਕਦ ਤੱਕ ਇਸ ਜੜ, ਇਸ ਸੜ ਜਾਣ ਵਾਲੇ ਸਰੀਰ ਨੂੰ ਮੈਂ ਮੰਨਦੇ ਰਹੋਗੇ? ਖਾਣ ਨਾ ਖਾਣ ਦੀ ਚਿੰਤਾ ਮੁਰਦੇ ਲਈ ਹੈ, ਜਿਸ ਦੀਆਂ ਅਸਥੀਆਂ ਵੀ ਠੁਕਰਾਈਆਂ ਜਾਂਦੀਆਂ ਹਨ। ਸਰੀਰ ਮਿੱਥਿਆ ਹੈ, ਬੰਦਾ ਚਿੰਤਾ ਦੇ ਬੋਝ ਚੁੱਕੀ ਫਿਰਦਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ में जंत उपायन तिना भी रोजी दे। रोजी ही राज बलोकत राज करोख, रूहान की रोजी न टारे। सैल पत्थर में जंत उपाय, तांका रिजक आगे कर धरिया। ਅੱਖਾਂ ਕੰਨਾਂ ਰਾਹੀਂ ਦੁਨੀਆ ਅੰਦਰ ਵੜਦੀ ਹੈ ਅਤੇ ਚਿੱਤ ਨੂੰ ਚੰਚਲ ਕਰਦੀ ਹੈ। ਜਪ ਧਿਆਨ ਸਿਮਰਨ ਸਭ ਕਰਮ ਕਰਨ ਨਾਲ ਬੁੱਧੀ ਸਵੱਛ ਨਿਰਮਲ ਹੁੰਦੀ ਹੈ। ਸਵੱਛ ਬੁੱਧੀ ਪਰਮਾਤਮਾ ਵਿੱਚ ਸ਼ਾਂਤ ਹੁੰਦੀ ਹੈ ਅਤੇ ਮਲੀਨ ਬੁੱਧੀ ਜਗਤ ਵਿੱਚ ਉਲਝਦੀ ਹੈ। ਅੱਜ ਤੱਕ ਜੋ ਵੀ ਸੁਣਿਆ ਹੈ, ਵੇਖਿਆ ਹੈ, ਉਸ ਵਿੱਚ ਬੁੱਧੀ ਗਈ ਹੈ, ਪਰ ਮਿਲਿਆ ਕੀ? ਕੁਝ ਵੀ ਨਹੀਂ। ਜਦ ਬੁੱਧੀ ਮੋਹ ਰੂਪੀ ਦਲਦਲ ਨੂੰ ਪੂਰੀ ਤਰ੍ਹਾਂ ਪਾਰ ਕਰ ਜਾਵੇ, ਉਸੇ ਸਮੇਂ ਵੈਰਾਗ ਪ੍ਰਾਪਤ ਹੋ ਜਾਂਦਾ ਹੈ। ਬਿਨ ਵੈਰਾਗ ਨ ਛੂਟ ਸਮਾਇਆ, माया नाम गर्भ गर्भ का ते तज दर्शन पावो। ਸਰੀਰ ਦਾ ਖਿਆਲ, ਕੁਟੰਬੀਆਂ ਦਾ ਖਿਆਲ, ਮਿੱਤਰਾਂ ਦੋਸਤਾਂ ਦਾ ਖਿਆਲ ਕਰਦੇ ਕਰਦੇ ਬੁੱਧੀ ਸੰਸਾਰ ਦੇ ਖਿਆਲਾਂ ਨਾਲ ਹੀ ਭਰ ਜਾਂਦੀ ਹੈ। ਸੌਂਦੇ ਹਾਂ ਤਾਂ ਵੀ ਸੰਸਾਰ ਦੀ ਯਾਦ ਆਉਂਦੀ ਹੈ, ਮਰਦੇ ਹਾਂ ਤਾਂ ਵੀ ਸੰਸਾਰ ਯਾਦ ਆਉਂਦਾ ਹੈ। ਜੇ ਬੁੱਧੀ ਵਿੱਚੋਂ ਮੋਹ ਹਟ ਜਾਏ ਤਾਂ ਹਰ ਵਕਤ ਵਾਹਿਗੁਰੂ ਦਾ ਸਿਮਰਨ ਹੁੰਦਾ ਰਹੇਗਾ। ਮਹੱਲਾ ਪੰਜਵਾਂ। ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਮੋਹ ਨਾਲ ਭਰੀ ਹੋਈ ਬੁੱਧੀ ਅਨੇਕਾਂ ਰੰਗ ਬਦਲਦੀ ਹੈ ਅਤੇ ਅਨੇਕ ਜਨਮਾਂ ਵਿੱਚ ਲੈ ਜਾਂਦੀ ਹੈ। ਮੂਰਖ ਬੰਦਿਆਂ ਦੇ ਨਾਲ ਅਸੀਂ ਜਿਉਂਦੇ ਹਾਂ। ਸੰਸਾਰ ਦੀ ਦਲਦਲ ਵਿੱਚ ਫਸੇ ਹੋਏ ਧਨ ਦੇ ਗੁਲਾਮ, ਇੰਦਰੀਆਂ ਦੇ ਗੁਲਾਮ ਲੋਕ ਹਨ। ਚਿੱਕੜ ਵਿੱਚ ਫਸੇ ਹੋਏ ਬੰਦੇ ਨਾਲ ਤੁਸੀਂ ਵੀ ਚਿੱਕੜ ਵਿੱਚ ਫਸ ਜਾਂਦੇ ਹੋ। ਸਰੀਰ ਨੂੰ, ਇੰਦਰੀਆਂ ਨੂੰ ਸੰਜਮ ਵਿੱਚ ਕਰਕੇ ਜਪ ਤਪ ਮੌਨ ਇਕਾਗਰਤਾ ਕਰੇ ਤਾਂ ਅੰਤਰ ਮਨ ਸ਼ੁੱਧ ਹੋਵੇਗਾ। ਤੁਹਾਡਾ ਰੇਡੀਓ ਜੇ ਠੀਕ ਹੈ ਤਾਂ ਵਾਯੂਮੰਡਲ ਵਿੱਚ ਤਰਦਾ ਹੋਇਆ ਗੀਤ ਤੁਹਾਨੂੰ ਸੁਣਾਈ ਦੇਵੇਗਾ। ਜੇ ਤੁਹਾਡਾ ਅੰਤਸ਼ਕਰਣ ਸਾਫ਼ ਹੈ, ਬੁੱਧੀ ਸਥਿਰ ਹੈ, ਤਾਂ ਵਾਪਰੀ ਹੋਈ ਘਟਨਾ ਜਾਂ ਹੋਣ ਵਾਲੀ ਘਟਨਾ ਦਾ ਪਤਾ ਚੱਲ ਜਾਂਦਾ ਹੈ। ਇਹ ਮਨ ਤੀਨ ਲੋਕ ਕੀ ਬਾतें ਕਹੇ। ਮੋਹ ਦਲਦਲ ਹੈ, ਇਸ ਵਿੱਚ ਫਸਦਾ ਬੰਦਾ ਥੋੜਾ ਥੋੜਾ ਫਸਦਾ ਪੂਰਾ ਹੀ ਫਸ ਜਾਂਦਾ ਹੈ। ਘਾਟੇ ਵਾਧੇ ਵਿੱਚ ਆਪਣੇ ਮਨ ਦਾ ਸੰਤੁਲਨ ਨਾ ਗਵਾਓ। ਘਾਟੇ ਵਾਧੇ ਸਭ ਜਗ ਦੁਖੀਆ, ਸੰਤ ਸੁਖੀ ਇੱਕ ਜੀਤੀ ਹੋ। ਬੁੱਧੀ ਨੂੰ ਸ਼ੁੱਧ ਕਰਨ ਲਈ ਆਤਮ ਗਿਆਨ ਦੀ ਲੋੜ ਹੈ, ਸਿਮਰਨ ਤੇ ਜਪ ਦੀ ਲੋੜ ਹੈ। ਸ਼ੁੱਧ ਬੁੱਧੀ ਜਿਵੇਂ ਆਪਣੇ ਆਪ ਤੋਂ ਦੂਸਰੇ ਦੇ ਸਰੀਰ ਨੂੰ ਵੱਖ ਦੇਖਦੇ ਹਾਂ, ਇਸੀ ਤਰ੍ਹਾਂ ਆਪਣੇ ਸਰੀਰ ਨੂੰ ਵੀ
ਆਪਣੇ ਆਪ ਤੋਂ ਵੱਖ ਵੇਖੇਗੀ। ਹੋਰ ਮੋਹ ਟੁੱਟ ਜਾਂਦੇ ਹਨ, ਪਰ ਦੇਹ ਦਾ ਮੋਹ ਜਲਦੀ ਨਹੀਂ ਟੁੱਟਦਾ। ਧਨ ਦਾ ਮੋਹ ਵੀ ਜਲਦੀ ਨਹੀਂ ਟੁੱਟਦਾ। ਚਿੰਤਾ ਜੇ ਕਰਨੀ ਹੈ ਤਾਂ ਇਸ ਗੱਲ ਦੀ ਕਰੋ ਕਿ 5 ਸਾਲਾਂ ਦੇ ਧਰੂ ਨੂੰ ਪ੍ਰਹਿਲਾਦ ਨੂੰ ਵਿਰਾਗ ਹੋਇਆ ਸੀ, ਪਰ ਮੈਨੂੰ ਕਿਉਂ ਨਹੀਂ ਹੁੰਦਾ। ਤੁਸੀਂ ਇੱਛਾ ਸ਼ਕਤੀ ਨਾਲ ਨਵੀਂ ਸ੍ਰਿਸ਼ਟੀ ਬਣਾ ਸਕਦੇ ਹੋ। ਹਰ ਇਨਸਾਨ ਵਿੱਚ ਅਜਿਹੀ ਤਾਕਤ ਹੈ, ਪਰ ਮੋਹ ਤੇ ਭੋਗ ਵਾਸ਼ਨਾ ਦੇ ਕਾਰਨ ਨਵੀਂ ਸ੍ਰਿਸ਼ਟੀ ਤਾਂ ਕੀ, ਮਾਮੂਲੀ ਘਰ ਵੀ ਬਣਾਉਣਾ ਹੋਵੇ ਤਾਂ ਵੀ ਲੋਨ ਲੈਣਾ ਪੈਂਦਾ ਹੈ। ਨੀਂਦ, ਆਲਸ, ਬੰਦੀਆਂ ਕਲਪਨਾਵਾਂ, ਇਹ ਸਭ ਸਿਮਰਨ ਵਿੱਚ ਵਿਘਨ ਪਾਉਂਦੇ ਹਨ। ਨੇਕ ਰੁਚੀ ਅਤੇ ਨੇਮ ਨਾਲ ਕੀਤਾ ਹੋਇਆ ਸਿਮਰਨ ਸਫਲਤਾ ਬਖਸ਼ਿਸ਼ ਕਰਦਾ ਹੈ। ਨਿਸ਼ਕਾਮ ਸੇਵਾ ਵੀ ਮਦਦ ਕਰਦੀ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਤਾਂ ਵਿੱਚੋਂ ਹਉਮੈ ਜਾਏ। ਉਪਦੇਸ਼ ਸੁਣ ਕੇ ਉਸ ਵਿੱਚ ਡੂੰਘੇ ਉਤਰੋ। ਸਥੂਲ ਕਾਮਨਾਵਾਂ ਇਕਾਂਤ ਵਿੱਚ ਰਹਿਣ ਨਾਲ ਨਸ਼ਟ ਹੋ ਜਾਂਦੀਆਂ ਹਨ। ਸੂਖਮ ਇੱਛਾਵਾਂ ਅਭਿਆਸ ਨਾਲ ਨਸ਼ਟ ਹੁੰਦੀਆਂ ਹਨ। ਭਰਮ ਪੈਦਾ ਕਰਨ ਵਾਲੇ ਕਰਮ ਦਾ ਤਿਆਗ ਸੰਨਿਆਸ ਹੈ। ਭਗਤੀ ਦਾ ਅਰਥ ਹੈ ਦੁਆਇਤ ਦ੍ਰਿਸ਼ਟੀ ਰਹਿਤ ਭਾਵਨਾ। ਜਿਸ ਤਰ੍ਹਾਂ ਦੀਵਾ ਬਾਲਣ ਲਈ ਤੇਲ, ਬੱਤੀ, ਮਾਚਿਸ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਵਾਹਿਗੁਰੂ ਨੂੰ ਮਿਲਣ ਵਾਸਤੇ ਸਿਮਰਨ, ਧਿਆਨ, ਸ਼ਾਂਤੀ ਤੇ ਦਮਨ ਜ਼ਰੂਰੀ ਹਨ। ਗਿਆਨੀ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦਾ ਏ। ਅਗਿਆਨ ਵਿੱਚ ਸੁੱਤਾ ਹੋਇਆ ਆਪਣੇ ਆਤਮ ਸਰੂਪ ਦੇ ਗੁਣਾਂ ਦੀ ਚਰਚਾ ਸੁਣ ਕੇ ਜਾਗ ਪੈਂਦਾ ਹੈ। ਬਿਨਾਂ ਸੇਵਾ ਦੇ ਬ੍ਰਹਮ ਵਿਦਿਆ ਮਿਲਦੀ ਤੇ ਫਲਦੀ ਨਹੀਂ। ਧਿਆਨ ਦਿਓ ਕਿ ਕਿਹਨਾਂ ਕਾਰਨਾਂ ਕਰਕੇ ਸਿਮਰਨ ਉੱਨਤੀ ਨਹੀਂ ਹੁੰਦੀ, ਉਹਨਾਂ ਨੂੰ ਦੂਰ ਕਰੋ। ਥੋੜਾ ਭੋਜਨ, ਥੋੜੀ ਨੀਂਦ ਵਾਲਾ ਤੇਜਵਾਨ ਅਤੇ ਬਲਵਾਨ ਹੋ ਜਾਂਦਾ ਹੈ ਤੇ ਉਮਰ ਲੰਬੀ ਹੁੰਦੀ ਹੈ। ਇੱਕ ਬੰਦਾ ਸੁੱਤਾ ਪਿਆ ਹੈ, ਤੁਸੀਂ ਉਸ ਦੇ ਕੋਲ ਖੜੇ ਹੋ। ਤੁਸੀਂ ਬਾਰ-ਬਾਰ ਤੀਬਰਤਾ ਨਾਲ ਖਿਆਲ ਕਰੋ ਕਿ ਬਾਰਿਸ਼ ਹੋ ਰਹੀ ਹੈ, ਠੰਡ ਲੱਗ ਰਹੀ ਹੈ। ਤੁਹਾਡੇ ਸਾਹਾਂ ਦਾ ਉਤਰਾ ਚੜਾਅ ਉਸ ਸੁੱਤੇ ਹੋਏ ਬੰਦੇ ਤੇ ਪ੍ਰਭਾਵ ਪਾਵੇਗਾ। ਉਸ ਨੂੰ ਸੁਪਨਾ ਆਏਗਾ ਕਿ ਖੂਬ ਬਾਰਿਸ਼ ਹੋ ਰਹੀ ਹੈ ਅਤੇ ਮੈਂ ਭਿੱਜ ਰਿਹਾ ਹਾਂ। ਜਿਸ ਦੇ ਜੀਵਨ ਵਿੱਚ ਦੈਵੀ ਗੁਣ ਜਾਂ ਦੈਵੀ ਚਿੰਤਨ ਨਹੀਂ ਹੈ, ਉਹ ਚਿੰਤਾ ਦੀ ਖਾਈ ਵਿੱਚ ਡਿੱਗਦਾ ਹੈ। ਚਿੰਤਾ ਨਾਲ ਵਿਕਾਰ ਪੈਦਾ ਹੁੰਦੇ ਹਨ। ਅਗਿਆਨ ਤੋਂ ਉਤਪੰਨ ਹੋਈਆਂ ਵਾਸ਼ਨਾਵਾਂ ਸਾਨੂੰ ਭੜਕਾਉਂਦੀਆਂ ਹਨ। ਸੋਨੇ, ਹੀਰੇ, ਮੋਤੀਆਂ ਵਿੱਚ ਸੁੱਖ ਨਹੀਂ ਹੈ। ਅਸਲੀ ਕਲਪਨਾ ਦਾ ਆਪਾਂ ਨੇ ਸੁੱਖ ਬਣਾਇਆ ਹੈ। ਸੁੱਖ ਦੁੱਖ ਬਣਾ ਕੇ ਆਦਮੀ ਤੇ ਔਰਤ
ਚਿੰਤਾ ਦੀ ਘੁੰਮਣ ਘੇਰੀ ਵਿੱਚ ਘੁੰਮਦਾ ਰਹਿੰਦਾ ਹੈ। ਚਿੰਤਾ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਕੋਲ ਵਾਹਿਗੁਰੂ ਦਾ ਚਿੰਤਨ ਨਹੀਂ, ਵਾਹਿਗੁਰੂ ਦਾ ਸਿਮਰਨ ਨਹੀਂ। ਨਿਸ਼ਚਿੰਤ ਜੀਵਨ ਉਦੋਂ ਹੁੰਦਾ ਹੈ ਜਦੋਂ ਤੁਸੀਂ ਠੀਕ ਉਦਮ ਕਰਦੇ ਹੋ। ਚਿੰਤਤ ਜੀਵਨ ਉਦੋਂ ਹੁੰਦਾ ਹੈ ਜਦ ਤੁਸੀਂ ਗਲਤ ਉਦਮ ਕਰਦੇ ਹੋ। ਤੁਸੀਂ ਸਭ ਦਾ ਭਲਾ ਮੰਗੋ। ਨਾਨਕ ਨਾਮ ਤੇਰੇ ਭਾਣੇ ਸਰਬੱਤ ਕਾ ਭਲਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਸਭ ਤੁਹਾਡਾ ਭਲਾ ਮੰਗਣਗੇ। ਜੋ ਤੁਸੀਂ ਦੇ ਸਕਦੇ ਹੋ ਇਮਾਨਦਾਰੀ ਨਾਲ ਦੇਣ ਲੱਗ ਜਾਓ ਤਾਂ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ ਉਹ ਆਪਣੇ ਆਪ ਆ ਜਾਵੇਗਾ। ਤੁਸੀਂ ਸਭ ਕੁਝ ਦੇ ਦਿਓ ਫਿਰ ਵੀ ਤੁਸੀਂ ਇਤਨੇ ਮਹਾਨ ਹੋ ਕਿ ਤੁਹਾਡਾ ਕੁਝ ਵੀ ਨਹੀਂ ਵਿਗੜੇਗਾ। ਸੰਸਾਰ ਅਤੇ ਸਰੀਰ ਦੋਨੋਂ ਇੱਕ ਹੀ ਹਨ। ਸਰੀਰ ਨੂੰ ਦੁਨੀਆ ਦੀ ਸੇਵਾ ਵਿੱਚ ਲਗਾ ਦਿਓ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਕਹੋ ਨਾਨਕ ਬਾਹੋਂ ਲਡਾਈਏ। ਨਿਸ਼ਕਾਮ ਸੇਵਾ ਕਰਨ ਨਾਲ ਸਫਲਤਾ ਪ੍ਰਾਪਤ ਹੋਵੇਗੀ। ਜਿਸ ਨੇ ਵੰਡਿਆ ਉਸ ਨੇ ਪ੍ਰਾਪਤ ਕੀਤਾ। ਜਿਸ ਨੇ ਵਸਤੂਆਂ ਸੰਭਾਲੀਆਂ ਉਸ ਨੇ ਗਵਾਈਆਂ। ਕੋਈ ਦੁਸ਼ਟ ਚੰਡਾਲ ਜਾਂ ਸੱਜਣ ਤੁਹਾਡੇ ਦੁਆਰੇ ਤੇ ਆ ਜਾਵੇ, ਦੋਨਾਂ ਨੂੰ ਕੁਛ ਨਾ ਕੁਛ ਸੇਵਾ ਹੋ ਜਾਵੇ ਤਾਂ ਤੁਸੀਂ ਕਰਜ਼ਾ ਚੁਕਾ ਦਿੱਤਾ। ਸਭ ਵਿੱਚ ਉਹ ਵਾਹਿਗੁਰੂ ਆਪ ਹੀ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਸਭ ਮੈਂ ਸੱਚਾ ਏਕੋ ਸੋਈ। ਤਿਆਗ ਨਾਲ ਪ੍ਰਸੰਨਤਾ ਨਾਲ ਇਕਾਂਤ ਰਿਹਾ ਵੱਡੀ ਤਰੱਕੀ ਹੁੰਦੀ ਹੈ। ਆਪਣੀ ਬਿਰਤੀ ਇੰਦਰੀਆਂ ਤੋਂ ਹਟਾ ਕੇ ਅੰਤਰਮੁਖ ਰੱਖੋ। ਘੱਟ ਬੋਲਣ ਨਾਲ ਵਾਹਿਗੁਰੂ ਦਾ ਪਿਆਰਾ ਉੱਪਰ ਉੱਠ ਜਾਂਦਾ ਹੈ। ਤੁਹਾਡੇ ਮਿੱਤਰ ਤੁਹਾਡਾ ਸਮਾਂ ਬਰਬਾਦ ਕਰ ਦਿੰਦੇ ਹਨ ਫੋਕੀਆਂ ਗੱਲਾਂ ਸੁਣ ਕੇ ਤੇ ਸੁਣਾ ਕੇ। ਉਹਨਾਂ ਨੂੰ ਵੀ ਪਤਾ ਨਹੀਂ ਹੁੰਦਾ ਤੁਹਾਨੂੰ ਉਹਨਾਂ ਨਾਲ ਸਹਿਮਤ ਹੋਣਾ ਪੈਂਦਾ ਹੈ। ਇੱਕ ਨਾ ਕਰੇ ਘਨੇਰੇ ਗੱਲਾਂ ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਗਿਆਨ ਗੱਲਾਂ ਦੇ ਨਾਲ ਨਹੀਂ ਮਿਲਦਾ ਬਾਝ ਕਮਾਈਆਂ ਦੇ। ਗਿਆਨ ਦੀ ਪ੍ਰਾਪਤੀ ਵਾਸਤੇ ਸਿਮਰਨ ਦੀ ਕਮਾਈ ਕਰਨੀ ਪੈਂਦੀ ਹੈ। ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ। ਸੰਸਾਰੀ ਲੋਕਾਂ ਦੀ ਅਤੇ ਵਾਹਿਗੁਰੂ ਦੇ ਪਿਆਰਿਆਂ ਦੀ ਦਿਸ਼ਾ ਵੱਖਰੀ ਹੈ। ਸੰਸਾਰੀ ਬੰਦੇ ਨੂੰ ਆਪਣੇ ਪਾਸ ਧਨ ਵਧਾਉਣ ਦੀ ਇੱਛਾ ਹੈ। ਵਾਹਿਗੁਰੂ ਦੇ ਪਿਆਰੇ ਦੀ ਚੰਗੇ ਕੰਮਾਂ ਵਿੱਚ ਧਨ ਖਰਚਣ ਦੀ ਇੱਛਾ ਹੈ। ਵਾਹਿਗੁਰੂ ਦੇ ਪਿਆਰੇ ਦਾ ਨਿਸ਼ਾਨਾ ਵਾਹਿਗੁਰੂ ਵਿੱਚ ਅਭੇਦ ਹੋਣਾ ਹੈ। ਸੰਸਾਰੀ ਬੰਦੇ ਦਾ ਨਿਸ਼ਾਨਾ ਵਿਕਾਰਾਂ ਤੇ ਵਿਸ਼ੇ ਵਿਕਾਰਾਂ ਵਿੱਚ ਸੰਸਾਰੀਆਂ ਤੇ ਭਗਤਾਂ ਦਾ ਜੋੜ ਕਦੇ ਨਾ ਆਇਆ। ਆਤਮਾ ਨੂੰ ਸ਼ਸਤਰ ਕੱਟ ਨਹੀਂ ਸਕਦਾ, ਅੱਗ ਜਲਾ ਨਹੀਂ ਸਕਦੀ, ਪਾਣੀ ਹੜਾ ਨਹੀਂ ਸਕਦਾ, ਜਲ ਨਹੀਂ ਡੂਬੇ, ਤਸਕਰ ਨਹੀਂ ਲੇਵੇ, ਭਾਏ ਨਾ ਸਕੇ ਜਾਲੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਨਾਉ ਮਰੇ ਨਾ ਹੋਵੇ ਸੋਗ, ਦੇਦਾ ਰਹੇ ਨ ਚੂਕੇ ਭੋਗ।
ਜਿਸ ਤਰ੍ਹਾਂ ਬਿਜਲੀ ਤਾਰ ਵਿੱਚ ਬਿਜਲੀ ਦਿਖਾਈ ਨਹੀਂ ਦਿੰਦੀ, ਪਰ ਬਲਬ ਤੇ ਪੱਖਿਆਂ ਦੁਆਰਾ ਬਿਜਲੀ ਦੀ ਹੋਂਦ ਦਾ ਪਤਾ ਲੱਗਦਾ ਹੈ, ਇਸੇ ਤਰ੍ਹਾਂ ਹੀ ਇਹ ਸਭ ਮਾਇਆ ਦੀ ਸ਼ਕਤੀ ਹੈ। ਸਭ ਪਾਪ ਮਿਟ ਜਾਣ ਨਾਲ ਸਭ ਸ਼ੰਕੇ ਦੂਰ ਹੋ ਜਾਂਦੇ ਹਨ। ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ। ਗਿਆਨੀ ਲੋਕਾਂ ਵਿੱਚ ਭੋਲਾ ਹੋ ਕੇ ਵਿਚਰਦਾ ਹੈ, ਅਗਿਆਨੀਆਂ ਦੀ ਤਰ੍ਹਾਂ। ਬੰਦਾ ਆਪਣੇ ਚਿੱਤ ਦੇ ਸੰਸਕਾਰਾਂ ਮੁਤਾਬਕ ਹੀ ਕੰਮ ਕਰਦਾ ਹੈ। ਨਾ ਕੋਈ ਮਰਦਾ ਹੈ ਨਾ ਜਿਉਂਦਾ ਹੈ, ਜੀਣਾ ਮਰਨਾ ਸਭ ਵਹਿਮ ਮਾਤਰ ਹੈ। ਆਵਨ ਜਾਵਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਮਰ ਜਾਣ ਤੋਂ ਬਾਅਦ ਸਭ ਰੋਂਦੇ ਹਨ ਆਪਣੀ ਸਹੂਲਤ ਲਈ, ਆਪਣੇ ਮਤਲਬ ਲਈ। ਗਿਆਨਵਾਨ ਖੁਸ਼ੀ ਗਮੀ ਤੋਂ ਉੱਪਰ ਹਰ ਵਕਤ ਆਨੰਦ ਵਿੱਚ ਰਹਿੰਦਾ ਹੈ। ਰਾਗ ਅਤੇ ਦੁਆਇਸ਼, ਭੈ ਅਤੇ ਕ੍ਰੋਧ ਸਾਡੇ ਚਿੱਤ ਨੂੰ ਮਲੀਨ ਕਰਦੇ ਹਨ। ਅਸ਼ਾਂਤ ਚਿੱਤ ਸੁਖੀ ਨਹੀਂ ਹੁੰਦਾ। ਜਦ ਸ੍ਰਿਸ਼ਟੀ ਕਰਤਾ ਵਾਹਿਗੁਰੂ ਸਭ ਦੋਸ਼ਾਂ ਵਾਲੇ ਨੂੰ ਆਪਣੀ ਦ੍ਰਿਸ਼ਟੀ ਵਿੱਚੋਂ ਨਹੀਂ ਕੱਢਦਾ, ਵਾਹਿਗੁਰੂ ਦਾ ਪਿਆਰਾ ਆਪਣੀ ਦ੍ਰਿਸ਼ਟੀ ਵਿੱਚੋਂ ਵੀ ਨਹੀਂ ਕੱਢ ਸਕਦਾ। ਸਭ ਨਾਲ ਵਾਹਿਗੁਰੂ ਦਾ ਪਿਆਰਾ ਇੱਕੋ ਜਿਹਾ ਪ੍ਰੇਮ ਕਰਦਾ ਏ। ਸਾਡੀ ਮਾਨਤਾ ਵਸਤੂਆਂ ਦਾ ਜੋ ਸੁਖ ਹੈ, ਇਹ ਰਾਗ ਮੋਹ ਦਾ ਸੁਖ ਹੈ, ਆਤਮਾ ਦਾ ਸੁਖ ਨਹੀਂ। ਅਸੀਂ ਆਪਣੇ ਆਪ ਨੂੰ ਸੁਖ ਦੁੱਖ ਦੀਆਂ ਜੰਜੀਰਾਂ ਵਿੱਚ ਬੰਨ੍ਹ ਲਿਆ ਹੈ, ਮੋਹ ਦੇ ਵਸ ਵਿੱਚ ਹੋ ਕੇ। ਕਾਮ ਕ੍ਰੋਧ ਲੋਭ ਮੋਹ ਬਸ ਪ੍ਰਾਨੀ, ਹਰ ਮੂਰਤ ਵਿਸਰਾਈ। ਸਭ ਵਿੱਚ ਉਸ ਵਾਹਿਗੁਰੂ ਦੀ ਜੋਤ ਹੈ। ਪਿਆਰ ਸਭ ਨਾਲ ਕਰੋ। ਹਰ ਜੀਵ ਵਿੱਚ ਆਪਣਾ ਆਤਮਾ ਦੇਖ ਕੇ ਪਿਆਰ ਕਰਨਾ ਹੈ। ਜਿਸ ਤਰ੍ਹਾਂ ਆਪਾਂ ਆਪਣੇ ਸਰੀਰ ਨੂੰ ਸੁਖੀ ਰੱਖਣ ਵਾਸਤੇ ਕਿੰਨਾ ਸਾਫ਼ ਸੁਥਰਾ ਖੁਰਾਕ ਕੱਪੜਾ ਦਿੰਦੇ ਹਾਂ, ਪਰ ਹੰਕਾਰ ਨਹੀਂ ਕਰਦੇ ਕਿ ਇਹ ਸਰੀਰ ਮੈਂ ਤੈਨੂੰ ਇਹ ਦਿੱਤਾ। ਇਸੇ ਤਰ੍ਹਾਂ ਸਭ ਸਰੀਰਾਂ ਦੀ ਸੇਵਾ ਕਰਦੇ ਹੋਏ ਹੰਕਾਰ ਨਾ ਕਰੋ ਕਿ ਮੈਂ ਕੀਤਾ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੇਂ ਫਿਰਤਾ। ਹੋ ਮੈਂ ਵਿੱਚੋਂ ਖੋਵੇ। ਜੇ ਅਸੀਂ ਸਰੀਰ ਨੂੰ ਮੈਂ ਮੰਨਿਆ ਅਤੇ ਸੰਸਾਰ ਨੂੰ ਸੱਚਾ ਮੰਨਿਆ, ਤਾਂ ਮੁਸੀਬਤਾਂ ਆਈਆਂ ਸਮਝੋ। ਅਸੀਂ ਦੁਖੀ ਕਿਉਂ ਹੁੰਦੇ ਹਾਂ? ਕਿਉਂਕਿ ਸਾਡੀ ਮੰਗ ਹੁੰਦੀ ਹੈ ਕਿ ਦੂਸਰਿਆਂ ਨੂੰ ਐਸਾ ਐਸਾ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਤ੍ਰਿਪਤੀ ਮਿਲ ਗਈ, ਫਿਰ ਕੁਝ ਵੀ ਹੋਵੇ ਕੋਈ ਪਰਵਾਹ ਨਹੀਂ। ਹਰ ਜੀਵ ਜੋ ਕੁਝ ਕਰ ਰਿਹਾ ਹੈ, ਜਿੱਥੇ ਲੱਗਿਆ ਹੋਇਆ ਹੈ, ਉਹ ਠੀਕ ਹੀ ਹੈ। ਜਿਤ ਜਿਤ ਲਾਵੋ ਤਿਤ ਤਿਤ ਲੱਗੇ ਹਰ ਨਾਥ, ਨਾਨਕ ਇਨਕੇ ਕਛੂ ਨ ਹਾਥ। ਕੋਈ ਤੁਹਾਡੀ ਗੱਲ ਮੰਨੇ ਜਾਂ ਨਾ ਮੰਨੇ, ਤੁਹਾਨੂੰ ਕੋਈ ਦੁੱਖ ਨਹੀਂ ਹੋਵੇਗਾ। ਜਦੋਂ ਤੁਸੀਂ ਸਭ ਨੂੰ ਠੀਕ ਵੇਖੋਗੇ ਕਿ ਸਭ ਠੀਕ ਹੀ ਲੱਗੇ ਹੋਏ ਹਨ
ਸੰਤੁਸ਼ਟ ਵਾਹਿਗੁਰੂ ਦੇ ਪਿਆਰੇ ਆਪਣੇ ਮਨ ਤੇ ਬੁੱਧੀ ਨੂੰ ਵਾਹਿਗੁਰੂ ਦੇ ਹਵਾਲੇ ਕਰ ਦਿੰਦੇ ਹਨ। ਦੂਸਰੇ ਦੇ ਦੋਸ਼ ਨਾ ਵੇਖੋ, ਉਸ ਵਿੱਚ ਗੁਣ ਵੇਖੋ, ਪ੍ਰਭੂ ਨੂੰ ਵੇਖੋ। ਦੋਸ਼ ਆਪਣੇ ਵਿੱਚ ਦੇਖਣੇ ਹਨ। ਦੱਦਾ ਦੋਸ ਨ ਦੇਉ ਕਿਸੇ, ਦੋਸ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੇ ਅਵਰ ਜਨਾ। 10 ਬੰਦੇ ਤੁਹਾਡੀ ਉਸਤਤ ਕਰਨ, ਤੁਸੀਂ ਵੱਡੇ ਹੋ ਜਾਂਦੇ ਹੋ। 2 ਬੰਦੇ ਨਿੰਦਿਆ ਕਰਨ, ਤੁਸੀਂ ਛੋਟੇ ਹੋ ਜਾਂਦੇ ਹੋ। ਇਹ ਅਵਸਥਾ ਸ਼ੰਕਾ ਵਾਲੀ ਹੈ। ਉਸਤਤ ਨਿੰਦਾ ਦੋ ਤਿਆਗੇ, ਖੋਜੋ ਪਦ ਨਿਰਵਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਗਿਆਨ ਤੋਂ ਬਗੈਰ ਸ਼ੰਕਾ ਦੂਰ ਨਹੀਂ ਹੁੰਦੀ। ਜਦ ਤੱਕ ਦੂਈ ਕਾਇਮ ਰਹੇਗੀ, ਮੁਸੀਬਤਾਂ ਆਉਂਦੀਆਂ ਰਹਿਣਗੀਆਂ। ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੇ ਭਲਾ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨ ਆਈ। ਜਦ ਤੱਕ ਦੂਸਰਾ ਦਿਸਦਾ ਰਹੇਗਾ, ਤਦ ਤੱਕ ਭੈ ਬਣਿਆ ਰਹੇਗਾ ਕਿ ਮੇਰੇ ਕੋਲ ਇਹ ਪਦਾਰਥ ਹੈ, ਚਲਾ ਨਾ ਜਾਵੇ। ਲੋਕ ਉਸੇ ਪ੍ਰਕਾਰ ਦਾ ਸਮਾਨ ਇਕੱਠਾ ਕਰਦੇ ਹਨ ਜੋ ਭੈ ਨੂੰ ਹੋਰ ਵਧਾਉਂਦਾ ਹੈ। ਦੂਸਰਿਆਂ ਦੇ ਸੁੱਖ ਦਾ ਚਿੰਤਨ ਕਰਨ ਨਾਲ ਦੇਹ ਨੂੰ ਸੁਖੀ ਕਰਨ ਦਾ ਚਿੰਤਨ ਛੁੱਟ ਜਾਵੇਗਾ ਤੇ ਆਤਮਾ ਵਿੱਚ ਪ੍ਰੀਤੀ ਹੋਣ ਲੱਗ ਜਾਏਗੀ। ਜੇ ਸੁਖ ਭੋਗਣ ਦੀ ਵਾਸ਼ਨਾ ਹੈ ਤਾਂ ਦੇਹ ਵਿੱਚ ਮੋਹ ਹੋ ਜਾਵੇਗਾ ਤੇ ਚਿੱਤ ਮਲੀਨ ਹੋ ਜਾਵੇਗਾ। ਦੂਸਰੇ ਦੇ ਚਿੰਤਨ ਨਾਲ ਸਾਡੀ ਸ਼ਕਤੀ ਘਟਦੀ ਹੈ। ਵਾਹਿਗੁਰੂ ਦੇ ਚਿੰਤਨ ਨਾਲ ਸ਼ਾਂਤੀ, ਸਾਡੀ ਸ਼ਕਤੀ ਵੱਧਦੀ ਹੈ। ਜਦ ਤੱਕ ਅੰਦਰ ਬਾਹਰ ਕਲੇਸ਼ ਹੈ, ਗਿਆਨ ਨਹੀਂ ਹੁੰਦਾ। ਗਿਆਨ ਤੋਂ ਬਿਨਾਂ ਕਲੇਸ਼ ਵਿਦਾ ਨਹੀਂ ਹੁੰਦੇ। ਜਿਵੇਂ ਕਿਸ਼ਤੀ ਬੰਦੇ ਨੂੰ ਦਰਿਆ ਤੋਂ ਪਾਰ ਲੈ ਜਾਂਦੀ ਹੈ ਤੇ ਬੰਦਾ ਕਿਸ਼ਤੀ ਨੂੰ ਦਰਿਆ ਤੋਂ ਪਾਰ ਲੈ ਜਾਂਦਾ ਹੈ। ਕਲੇਸ਼ ਹੁੰਦੇ ਹਨ ਪਰਾਈਆਂ ਗੱਲਾਂ ਕਰਨ ਨਾਲ। ਹਰ ਵਕਤ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਗੱਲਾਂ ਕਰਨ ਨੂੰ ਜੀ ਨਹੀਂ ਕਰਦਾ। ਸਾਰੇ ਦੁੱਖਾਂ ਦਾ ਕਾਰਨ ਵਾਹਿਗੁਰੂ ਨੂੰ ਭੁੱਲ ਜਾਣਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਸ ਨੇ ਸਤ ਸੰਗ ਵਿੱਚ ਆ ਕੇ ਵਾਹਿਗੁਰੂ ਦੇ ਗੁਣ ਗਾਏ, ਸੁਣੇ ਤੇ ਉਹਨਾਂ ਗੁਣਾਂ ਨੂੰ ਕਮਾਇਆ, ਉਹ ਧਨ ਹਨ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਕਉ ਨਾਨਕ ਤਿਸ ਭਿਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੰਗਤ ਕਰਨ ਵਾਲਾ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਆਪਣੇ ਵਿੱਚ ਦੋਸ਼ ਕੱਢਣੇ ਚੰਗੇ ਹਨ। ਦੋਸ਼ ਕੱਢ ਕੇ ਅੰਦਰ ਗੁਣ ਭਰੋ। ਗੁਣ ਸਾਰੇ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਹਨ। ਵਾਹਿਗੁਰੂ ਦੀ ਭਗਤੀ, ਕਰਮ
ਅਕਰਮ ਦੋਨਾਂ ਤੋਂ ਪਾਰ ਕਰਾ ਕੇ ਆਪਣੇ ਵਿੱਚ ਅਭੇਦ ਕਰ ਲੈਂਦੀ ਹੈ। ਚੰਗਾ ਕਰਮ ਕਰਨਾ ਬੁਰੇ ਕਰਮ ਨਾਲੋਂ ਅੱਛਾ ਹੈ, ਪਰ ਜੀਵ ਚੰਗੇ ਮਾੜੇ ਕਰਮਾਂ ਤੋਂ ਪਰੇ ਨਹੀਂ ਪਹੁੰਚਿਆ। ਇੱਕ ਬੰਦੇ ਦੇ ਲੋਹੇ ਦੀ ਹੱਥਕੜੀ ਹੈ, ਦੂਜੇ ਦੇ ਸੋਨੇ ਦੀ, ਬੰਨੇ ਦੋਨੋਂ ਪਏ ਹਨ। ਐਸਾ ਮਨੁੱਖ ਪੂਰਨ ਨਹੀਂ ਹੋ ਸਕਦਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਰਮ ਦਾ ਨਤੀਜਾ ਮੁਕਤੀ ਨਹੀਂ, ਬੰਧਨਾਂ ਤੋਂ ਮੁਕਤ ਹੋਣਾ ਹੈ। ਬਾਦਸ਼ਾਹ ਦੇ ਮਹਿਲ ਵਿੱਚ ਬਲਣ ਵਾਲਾ ਬਲਬ ਅਤੇ ਗਰੀਬ ਦੇ ਝੌਂਪੜੇ ਵਿੱਚ ਬਲਣ ਵਾਲਾ ਬਲਬ ਦੋਨੋਂ ਪਾਵਰ ਹਾਊਸ ਦੀ ਤਾਰ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਹੀ ਹਰ ਪ੍ਰਾਣੀ ਮਾਤਰ ਵਾਹਿਗੁਰੂ ਨਾਲ ਜੁੜਿਆ ਹੈ। ਸਾਗਰ ਦੀ ਹਰ ਲਹਿਰ, ਹਰ ਬੂੰਦ ਸਾਗਰ ਨਾਲ ਜੁੜੀ ਹੈ, ਪਰ ਲਹਿਰਾਂ ਅਲੱਗ-ਅਲੱਗ ਦਿਖਾਈ ਦਿੰਦੀਆਂ ਹਨ। ਉਹ ਸਮੁੰਦਰ ਦਾ ਹੀ ਰੂਪ ਹਨ। ਕਹੋ ਕਬੀਰ ਇਹ ਰਾਮ ਕੀ ਅੰਸ਼। ਨਦੀ ਵਿੱਚ ਕਿਤੇ-ਕਿਤੇ ਘੁੰਮਣ ਘੇਰੀ ਬਣਦੀ ਹੈ। ਲੱਗਦਾ ਹੈ ਕਿ ਘੁੰਮਣ ਘੇਰੀ ਦਾ ਪਾਣੀ ਉਹੀ ਦਾ ਉਹੀ ਹੈ, ਪਰ ਨਹੀਂ, ਉਹ ਪਾਣੀ ਚਲਾ ਜਾਂਦਾ ਹੈ, ਦੂਸਰਾ ਪਾਣੀ ਆਉਂਦਾ ਹੈ ਘੁੰਮਣ ਘੇਰੀ ਦੇ ਆਕਾਰ ਵਿੱਚ। ਇਸੇ ਤਰ੍ਹਾਂ ਹਰ ਸਰੀਰ ਵਿੱਚ ਸੂਖਮ ਤਾਕਤਾਂ, ਸੂਰਜ, ਪਾਣੀ, ਹਵਾ, ਧਰਤੀ, ਆਕਾਸ਼ ਦੀਆਂ ਹਨ। ਇਹ ਤਾਕਤਾਂ ਨਿਰੰਤਰ ਬਦਲਦੀਆਂ ਹੀ ਰਹਿੰਦੀਆਂ ਹਨ। ਅਸੀਂ ਹਰ ਸਵਾਸ ਨਾਲ ਬਦਲ ਰਹੇ ਹਾਂ। ਇਹ ਬਦਲਾਹਟ ਜਿਸ ਦੀ ਸੱਤਾ ਨਾਲ ਮਿਲਦੀ ਹੈ, ਉਸ ਵਾਹਿਗੁਰੂ ਨੂੰ ਪਛਾਣੋ। ਜਦੋਂ ਬੰਦਾ ਆਪਣੇ ਚੇਤਨ ਆਤਮਾ ਨੂੰ ਦੂਸਰੇ ਵਿੱਚ ਵੇਖ ਲੈਂਦਾ ਹੈ, ਤਾਂ ਪਰਾਇਆਪਣ ਨਹੀਂ ਰਹਿੰਦਾ। ਭੈ ਪ੍ਰੇਮ ਵਿੱਚ ਬਦਲ ਜਾਂਦਾ ਹੈ, ਘਿਰਨਾ ਪਿਆਰ ਵਿੱਚ ਬਦਲ ਜਾਂਦੀ ਹੈ। ਬਾਹਰੋਂ ਤੁਸੀਂ ਹੱਸਣਾ ਰੋਣਾ ਕਰੋਗੇ, ਲੈਣਾ ਦੇਣਾ, ਪਰ ਅੰਦਰੋਂ ਤੁਹਾਨੂੰ ਲੱਗੇਗਾ ਕਿ ਸਭ ਮੇਰੇ ਵਿੱਚ ਹੀ ਹਨ ਅਤੇ ਮੈਂ ਸਭ ਵਿੱਚ ਹਾਂ। ਜਿਵੇਂ ਸਰੀਰ ਦੇ ਅੰਗ ਹੱਥ, ਪੈਰ, ਅੱਖਾਂ, ਕੰਨ ਅਲੱਗ-ਅਲੱਗ ਦਿਖਾਈ ਦਿੰਦੇ ਹਨ, ਇਸ ਦੇਹ ਦੇ ਅੰਗ ਵੱਖੋ ਵੱਖਰੇ ਹੁੰਦੇ ਹੋਏ ਵੀ ਇੱਕ ਸਾਂਝੀ ਅਕਾਲ ਪੁਰਖ ਦੀ ਸ਼ਕਤੀ ਨਾਲ ਚੱਲਦੇ ਹਨ। ਸਭ ਅੰਗ ਮਿਲਾ ਕੇ ਤੁਸੀਂ ਆਪ ਹੀ ਹੋ। ਬੈਲ ਗੱਡੀ ਦੀ ਯਾਤਰਾ ਕਰਦੇ ਹੋਏ ਤੁਸੀਂ ਅਮਰੀਕਾ ਨਹੀਂ ਪਹੁੰਚ ਸਕਦੇ। ਰਸਤੇ ਵਿੱਚ ਹੀ ਥੱਕ ਟੁੱਟ ਕੇ ਰਹਿ ਜਾਓਗੇ। ਹਵਾਈ ਜਹਾਜ਼ ਦੀ ਯਾਤਰਾ ਕਰੋ, 24 ਘੰਟੇ ਬਾਅਦ ਹੀ ਅਮਰੀਕਾ ਆ ਗਏ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ। ਅਗਲੀ ਪੰਕਤੀ ਤੇ ਵਿਰਲਿਆਂ ਨੇ ਪਹਿਰਾ ਦਿੱਤਾ ਹੈ। ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰ ਨਿਹਾਲ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ। ਸਾਵਧਾਨ ਇਕਾਗਰ ਚੀਤ। ਸਤੋਗੁਣ ਨਾਲ ਦਿਆਲੂ ਬਿਰਤੀ ਬਣਦੀ ਹੈ, ਰਜੋਗੁਣ ਨਾਲ ਹੰਕਾਰੀ, ਤਮੋਗੁਣ ਨਾਲ ਈਰਖਾ ਦਵੈਸ਼ ਵਾਲੀ ਬਿਰਤੀ ਬਣਦੀ ਹੈ। ਬਿਰਤੀਆਂ ਸਦਾ ਬਦਲਦੀਆਂ ਰਹਿੰਦੀਆਂ ਹਨ। ਅਕਾਲ ਪੁਰਖ ਨਾਲ ਜੁੜੀ ਬਿਰਤੀ ਬਦਲਦੀ ਨਹੀਂ। ਵਾਹਿਗੁਰੂ ਦਾ ਪਿਆਰਾ ਲੋੜ ਅਨੁਸਾਰ ਦੁਨੀਆ ਨਾਲ ਵਿਵਹਾਰ ਕਰੇਗਾ।
ਸੰਸਾਰ ਦੇ ਪਦਾਰਥ ਤੋਂ ਸੁਖ ਨਹੀਂ ਮਿਲ ਸਕਦਾ। ਜਿਵੇਂ ਰੇਗਿਸਤਾਨ ਤੋਂ ਪਾਣੀ ਨਹੀਂ ਮਿਲ ਸਕਦਾ, ਤੁਸੀਂ ਉੱਥੇ ਹੀ ਹੁੰਦੇ ਹੋ ਜਿਸ ਤਰ੍ਹਾਂ ਦੀ ਤੁਹਾਡੀ ਬਿਰਤੀ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਨਾਲ ਬਿਰਤੀ ਜੋੜੋਗੇ ਤਾਂ ਵਾਹਿਗੁਰੂ ਵਿੱਚ ਹੋਵੋਗੇ। ਜਿਨ੍ਹਾਂ ਚੀਜ਼ਾਂ ਨਾਲ ਇੱਟ, ਕੰਕਰ, ਪੱਥਰ, ਲੱਕੜੀ, ਇਹਨਾਂ ਚੀਜ਼ਾਂ ਨਾਲ ਮਕਾਨ ਬਣੇ ਹਨ, ਇਹ ਸਭ ਚੀਜ਼ਾਂ ਪ੍ਰਕਿਰਤੀ ਦੀਆਂ ਹਨ, ਵਾਹਿਗੁਰੂ ਦੀਆਂ ਹਨ। ਇਹ ਘਰ ਸਭ ਵਾਹਿਗੁਰੂ ਦੇ ਹਨ। ਇਹ ਤੁਹਾਡੇ ਘਰ ਨਹੀਂ, ਸਰੀਰਾਂ ਦੇ ਘਰ ਹਨ। ਸਰੀਰ ਵੀ ਵਾਹਿਗੁਰੂ ਦੀ ਦਾਤ ਹੈ। ਮੇਰਾਪਣ ਇਹ ਮਮਤਾ ਹੈ। ਦੂਸਰਿਆਂ ਦੇ ਬੱਚੇ ਜਿਨ੍ਹਾਂ ਤੱਤਾਂ ਦੇ ਬਣੇ ਹਨ, ਉਹਨਾਂ ਤੱਤਾਂ ਦੇ ਹੀ ਮੇਰੇ ਬੱਚੇ ਹਨ। ਇसी ਪ੍ਰਕਾਰ ਦੀ ਬਿਰਤੀ ਬਣਾਓਗੇ ਤਾਂ ਵਾਹਿਗੁਰੂ ਨਾਲ ਬਿਰਤੀ ਜੁੜ ਜਾਵੇਗੀ, ਲਿਵ ਲੱਗੇਗੀ। ਪਰਾਇਆ ਕੋਈ ਵੀ ਨਹੀਂ, ਜੋ ਦੀਸੇ ਸੋ ਤੇਰਾ ਰੂਪ। ਸਭ ਅਕਾਲ ਪੁਰਖ ਦੇ ਪਿਆਰੇ ਹਨ, ਬੱਚੇ ਹਨ। ਮਮਤਾ ਤੋਂ ਬਗੈਰ ਦਾਨ ਦਿੱਤਾ ਹੋਇਆ ਅੰਤःਕਰਨ ਪ੍ਰਸੰਨ ਹੋ ਜਾਂਦਾ ਹੈ। ਸਤੋਗੁਣੀ ਬਿਰਤੀ ਵਾਲੇ ਪ੍ਰੇਮੀ ਦਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ। ਜਿੱਥੇ ਬੈਠ ਕੇ ਉਸ ਪ੍ਰੇਮੀ ਨੇ ਸਿਮਰਨ ਭਜਨ ਕੀਤਾ ਹੈ। ਪਛਤਾਪ ਕਰਨ ਨਾਲ ਵੀ ਪਾਪ ਧੋਤੇ ਜਾਂਦੇ ਹਨ। ਟੀਚਾ ਜਿਤਨਾ ਉੱਚਾ ਹੋਵੇਗਾ, ਉਤਨੇ ਹੀ ਸੰਕਲਪ ਸ਼ੁੱਧ ਹੁੰਦੇ ਹਨ। ਉੱਚਾ ਟੀਚਾ ਹੈ ਮੁਕਤੀ। ਉੱਚਾ ਟੀਚਾ ਤੁਸ਼ ਸੰਕਲਪਾਂ ਨੂੰ ਦੂਰ ਕਰ ਦਿੰਦਾ ਏ ਤੇ ਜੀਵਨ ਉੱਚਾ ਹੋਵੇਗਾ। ਚੌਂਕੜਾ ਮਾਰ ਕੇ ਸਿਮਰਨ ਕਰਨ ਨਾਲ ਰਜੋਗੁਣ ਦਾ ਅੰਤ ਹੁੰਦਾ ਹੈ। ਰਜੋਗੁਣ ਵਿੱਚ ਇੱਛਾਵਾਂ ਤੇ ਵਾਸ਼ਨਾਵਾਂ ਰਹਿੰਦੀਆਂ ਹਨ। ਇੱਛਾਵਾਂ ਤੇ ਵਾਸ਼ਨਾਵਾਂ ਸਿਮਰਨ ਭਜਨ ਵਿੱਚ ਵਿਘਨ ਪਾਉਂਦੀਆਂ ਹਨ। ਆਸਣ ਨਾਲ ਨਰਵਸ ਸਿਸਟਮ, ਨਾੜੀਆਂ ਦਾ ਸਿਸਟਮ, ਸਿਹਤ, ਦਿਮਾਗ ਨੂੰ ਠੀਕ ਤਰੀਕੇ ਦੀ ਕਸਰਤ ਮਿਲਦੀ ਹੈ। ਜਿਤਨੀਆਂ ਮਨ ਵਿੱਚ ਇੱਛਾਵਾਂ ਰਹਿਣਗੀਆਂ, ਉਤਨੀ ਜ਼ਿਆਦਾ ਅਸ਼ਾਂਤੀ ਰਹੇਗੀ। ਬਿਮਾਰੀ, ਦੁੱਖ, ਚਿੰਤਾ ਆਵੇਗੀ। ਬਹੁਤ ਸਾਰੇ ਰੋਗ ਸਾਡੀ ਬੇਵਕੂਫੀ ਦੀ ਦੇਣ ਹਨ। ਜਿਸ ਦਾ ਚਿੰਤਨ ਨਹੀਂ ਕਰਨਾ ਚਾਹੀਦਾ, ਉਸ ਦਾ ਚਿੰਤਨ ਆਪਾਂ ਕਰਦੇ ਰਹਿੰਦੇ ਹਾਂ। ਜਿਵੇਂ ਸਾਈਕਲ ਤੇ ਜਾਂਦੇ ਹੋ, ਉਤਰਾਈ ਆਈ ਤਾਂ ਮਜ਼ੇ ਨਾਲ ਸਾਈਕਲ ਬਿਨਾਂ ਪੈਡਲ ਮਾਰੇ ਹੀ ਜਾ ਰਿਹਾ ਹੈ। ਅੱਗੇ ਚੜ੍ਹਾਈ ਵੇਖ ਕੇ ਘਬਰਾਓ ਨਾ, ਚੜ੍ਹਾਈ ਨੂੰ ਵੀ ਲੰਘਦੇ ਜਾਓ, ਆਪਣਾ ਰਸਤਾ ਤੈਅ ਕਰਦੇ ਜਾਓ। ਦੁੱਖ ਸੁੱਖ, ਉਤਰਾਈ ਚੜ੍ਹਾਈ ਆਉਂਦੀ ਰਹੇਗੀ, ਪਰ ਤੁਸੀਂ ਘਬਰਾਓ ਨਾ। ਮਨ ਵਿੱਚ ਆਦਿ ਪੈਦਾ ਕਰਨਾ ਇਹ ਭਰਮ ਹੈ। ਆਦ, ਵਿਆਦ, ਉਪਾਦ, ਇਹ ਤਿੰਨ ਕਿਸਮ ਦਾ ਤਾਪ ਸੰਸਾਰ ਨੂੰ ਚੜ੍ਹਿਆ ਹੋਇਆ। ਆਦਿ ਦਾ ਮਤਲਬ ਕੀ ਹੈ? ਇਹ ਨਹੀਂ ਹੋਇਆ, ਉਹ ਨਹੀਂ ਹੋਇਆ, ਇਸ ਤਰ੍ਹਾਂ ਨਹੀਂ ਮਿਲਿਆ। ਆਦਿ ਦੇ ਜੁੜਨ ਨਾਲ ਸਰੀਰ ਵਿੱਚ ਵਿਆਧੀ ਆ ਜਾਂਦੀ ਹੈ।
ਜਿਵੇਂ ਖੀਰ ਬਣਾਈ ਬੇਵਕੂਫੀ ਨਾਲ, ਦਹੀਂ ਨਾਲ ਲਿਬੜਿਆ ਹੈ ਚਮਚਾ ਖੀਰ ਵਿੱਚ ਘੁਮਾ ਦਿੱਤਾ, ਸਾਰੀ ਖੀਰ ਖਰਾਬ ਹੋ ਗਈ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਵਿੱਚ ਆਦੀ ਦਾ ਚਮਚਾ ਪਾ ਦਿੰਦੇ ਹਾਂ, ਖੀਰ ਖਾਣ ਜੋਗੀ ਨਹੀਂ ਰਹੀ, ਭੁੱਖੇ ਹੀ ਬੈਠੇ ਰਹੇ। ਘੁਮਿਆਰ ਮਿੱਟੀ ਦੇ ਬਰਤਨ ਬਣਾਉਂਦਾ ਏ, ਸਤਿਗੁਰੂ ਜੀ ਵਾਹਿਗੁਰੂ ਸਰੀਰ ਰੂਪੀ ਬਰਤਨ ਵਿੱਚ ਬਰਤਨ ਬਣਾ ਕੇ ਆਪ ਵਿੱਚ ਬੈਠ ਜਾਂਦਾ ਏ। 80-90% ਵਿਆਧੀਆਂ ਆਪਣੀ ਬੇਵਕੂਫੀ ਨਾਲ ਆਉਂਦੀਆਂ ਹਨ। ਉਹਨਾਂ ਕੋਲ ਇਹ ਚੀਜ਼ ਹੈ, ਮੇਰੇ ਕੋਲ ਕਿਉਂ ਨਹੀਂ? ਮੇਰਾ ਫਲਾਣਾ ਮਰ ਗਿਆ, ਮੇਰੀ ਨੌਕਰੀ ਚਲੀ ਗਈ, ਮੇਰਾ ਆਹ ਕੰਮ ਨਹੀਂ ਹੋਇਆ। ਇਹ ਸਭ ਚਿੰਤਾ ਹਾਨੀਕਾਰਕ ਹੈ। ਸਿਮਰਨ ਤੇ ਪੁੰਨ ਦਾਨ ਕਰਨ ਨਾਲ ਆਦੀਆਂ ਵਿਆਧੀਆਂ ਵੀ ਦੂਰ ਹੋ ਜਾਂਦੀਆਂ ਹਨ। ਪੈਸਾ ਧਨ ਹੈ ਪਰ ਅੰਦਰ ਖੁਸ਼ੀ ਨਹੀਂ ਹੈ, ਉਹ ਨਿਰਧਨ ਹੈ। ਧਰਮ ਨਾਲ, ਵਾਹਿਗੁਰੂ ਦੇ ਜਾਪ ਨਾਲ ਵਾਸ਼ਨਾਵਾਂ ਤੇ ਕੰਟਰੋਲ ਹੁੰਦਾ ਹੈ। ਕਹੋ ਕਬੀਰ ਨਿਰਧਨ ਹੈ ਸੋਏ, ਜਾ ਕੇ ਹਿਰਦੇ ਰਾਮ ਨਾ ਹੋਏ। ਇੰਦਰੀਆਂ ਦਾ ਮਾਲਕ ਮਨ ਹੈ, ਮਨ ਦਾ ਮਾਲਕ ਪ੍ਰਾਣ ਸਾਹ ਹਨ। ਪ੍ਰਾਣ ਜਿਤਨੇ ਸੂਖਮ ਹੋਣਗੇ ਜਪ ਤਪ ਕਰਕੇ, ਉਤਨਾ ਹੀ ਅੰਦਰ ਸ਼ਕਤੀ ਦਾ ਬਲ ਵਧੇਗਾ। ਆਪਣੇ ਮਨ ਤੇ ਹਮੇਸ਼ਾ ਸੰਜਮ ਰੱਖੋ। ਲੈਣ ਵਾਲੇ ਨੂੰ ਥੋੜੇ ਨਾਲ ਤ੍ਰਿਪਤੀ ਹੋ ਜਾਣੀ ਚਾਹੀਦੀ ਹੈ। ਆਪਣੀ ਜ਼ਰੂਰਤ ਨਾ ਵਧਾਵੇ। ਧਾਰਮਿਕ ਕਰਮ ਕਰਨ ਨਾਲ ਅੰਤःਕਰਨ ਸ਼ੁੱਧ ਹੁੰਦਾ ਹੈ ਤੇ ਦਿਲ ਵਿੱਚ ਖੁਸ਼ੀ ਹੁੰਦੀ ਹੈ। ਮਾੜੇ ਕਰਮ ਕਰਨ ਨਾਲ ਹਿਰਦਾ ਮੈਲਾ ਹੁੰਦਾ ਹੈ, ਦਿਲ ਦੀ ਖੁਸ਼ੀ ਨਹੀਂ ਰਹਿੰਦੀ। ਵਾਹਿਗੁਰੂ ਗੁਰਮੰਤਰ ਦੀ ਕਮਾਈ ਕੀਤਿਆਂ ਇੱਛਾਵਾਂ ਮਰਿਆਦਾ ਵਿੱਚ ਆਉਂਦੀਆਂ ਹਨ। ਧਿਆਨ ਨਾਲ ਇੱਛਾਵਾਂ ਖਤਮ ਹੁੰਦੀਆਂ ਹਨ। 864 ਅੰਕ ਤੇ ਗੌਂਡ ਮਹੱਲਾ ਪੰਜਵਾਂ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ। ਇੱਛਾਵਾਂ ਖਤਮ ਹੋਣ ਨਾਲ ਸਮਰੱਥਾ ਵੱਧਦੀ ਹੈ। ਜਿਸ ਤਰ੍ਹਾਂ ਪੈਰ ਵਿੱਚ ਕੰਡਾ ਲੱਗ ਜਾਵੇ ਤਾਂ ਉਹ ਸੂਲ ਦੇ ਕੰਡੇ ਨੂੰ ਸੂਲ ਨਾਲ ਹੀ ਕੱਢਿਆ ਜਾ ਸਕਦਾ ਹੈ। ਫਿਰ ਦੋਨੋਂ ਕੰਡੇ ਬੇਕਾਰ ਹੋ ਜਾਂਦੇ ਹਨ, ਸੁੱਟ ਦਿੱਤੇ ਜਾਂਦੇ ਹਨ। ਸ਼ੁਭ ਕਰਮ ਕਰਨ ਨਾਲ ਬੁਰੇ ਕਰਮਾਂ ਦਾ ਨਾਸ ਹੋ ਜਾਂਦਾ ਹੈ। ਨਾਮ ਜਪਣ ਨਾਲ ਕਰਮਾਂ ਧਰਮਾਂ ਤੋਂ ਅਭਿਆਸੀ ਉੱਪਰ ਉੱਠ ਜਾਂਦਾ ਹੈ। ਕਰਮ ਧਰਮ ਪਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਛੂਟੈ। ਪੱਕਾ ਨਿਸ਼ਚਾ ਬਣਾਓ ਕਿ ਵਾਹਿਗੁਰੂ ਦੇ ਭਜਨ ਦੇ ਸਮਾਨ ਹੋਰ ਕੁਝ ਵੀ ਨਹੀਂ। ਜਿਸ ਦਾ ਵਾਹਿਗੁਰੂ ਨਾਲ ਪ੍ਰੇਮ ਹੈ, ਦੁਨੀਆ ਵੀ ਉਸ ਨਾਲ ਪ੍ਰੇਮ ਕਰਦੀ ਏ। ਚਿੱਤ ਸ਼ਾਂਤ ਹੁੰਦਾ ਹੈ ਤਾਂ ਖੁੱਲੀਆਂ ਅੱਖਾਂ ਨਾਲ ਵੀ ਆਨੰਦ ਆਉਣ ਲੱਗ ਜਾਂਦਾ ਹੈ, ਸਮਾਧੀ ਲੱਗੀ ਰਹਿੰਦੀ ਹੈ। ਚਿੱਤ ਸ਼ਾਂਤ ਨਹੀਂ ਤਾਂ ਬੰਦ ਅੱਖਾਂ ਨਾਲ ਵੀ ਕੁਝ ਨਹੀਂ ਹੁੰਦਾ। ਜੋ ਜੀਵਨ ਵਿੱਚ ਸੁਖ ਦੇਖਿਆ ਉਹ ਸੁਪਨਾ ਹੋ ਗਿਆ।
ਜੋ ਦੁੱਖ ਦੇਖਿਆ ਉਹ ਵੀ ਸੁਪਨਾ ਹੋ ਗਿਆ, ਬਚਪਨ ਜਵਾਨੀ ਬੁਢੇਪਾ ਇਹ ਸਭ ਸੁਪਨਾ ਹੋ ਗਏ। ਮੌਤ ਵੀ ਆਵੇਗੀ ਉਹ ਵੀ ਸੁਪਨਾ ਹੈ। ਹੇ ਚੇਤਨ ਜੀਵ, ਤੇਰੀਆਂ ਕਈ ਮੌਤਾਂ ਹੋਈਆਂ ਪਰ ਤੂੰ ਮਰਿਆ ਨਹੀਂ। ਤੇਰੇ ਕਈ ਸਰੀਰਾਂ ਨੂੰ ਬਚਪਨ ਜਵਾਨੀ ਬੁਢੇਪੇ ਆਏ, ਮੌਤਾਂ ਆਈਆਂ, ਪਰ ਫਿਰ ਵੀ ਤੇਰਾ ਕੁਝ ਨਹੀਂ ਵਿਗੜਿਆ। ਉਹ ਤੂੰ ਹੈ ਕਬੀਰ, ਤੂੰ ਤੂੰ ਕਰਤਾ ਤੂੰ ਭਇਆ, मुझ में रहा न हूं, जब आपा पर का मिट गया, जब देखो तब तू। हर इंसान एक पावर हाउस है। जो आदमी क्रोधी हुंदा है उसके आस पास 7 फुट ਦੇ ਦਾਇਰੇ ਵਿੱਚ ਕ੍ਰੋਧ ਦੇ ਪਰਮਾਣੂ ਫੈਲ ਜਾਂਦੇ ਹਨ। ਹਰ ਇਨਸਾਨ ਵਿੱਚੋਂ ਕੁਝ ਸੰਸਕਾਰਾਂ ਦੀਆਂ ਸੂਖਮ ਕਿਰਨਾਂ ਨਿਕਲਦੀਆਂ ਹਨ। ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਗਿਆਨ ਹੋਣ ਤੇ ਸੰਚਿਤ ਕਰਮਾਂ ਦਾ ਨਾਸ ਹੋ ਜਾਂਦਾ ਹੈ। ਕਿਰਿਆ ਕਰਮ, ਸੰਚਿਤ ਕਰਮ, ਪ੍ਰਾਰਬਧ ਕਰਮ 3 ਪ੍ਰਕਾਰ ਦੇ ਕਰਮ ਹਨ। ਪ੍ਰਾਰਬਧ ਕਰਮ ਗਿਆਨ ਤੋਂ ਬਾਅਦ ਵੀ ਭੋਗਣੇ ਪੈਂਦੇ ਹਨ, ਪਰ ਗੁਰੂ ਜੀ ਸੂਲੀ ਤੋਂ ਸੂਲ ਬਣਾ ਕੇ ਜਾਂ ਜੇ ਜਨਮ ਦੇਣਾ ਹੈ ਤਾਂ ਸੁਪਨੇ ਵਿੱਚ ਹੀ ਭਗਤਾ ਦਿੰਦੇ ਹਨ ਸਿਮਰਨ ਵਾਲਿਆਂ ਦਾ। ਕਰਮ ਉਸ ਸਮੇਂ ਤੱਕ ਹੀ ਫਲ ਦਿੰਦੇ ਹਨ ਜਦੋਂ ਤੱਕ ਇਹ ਜੀਵ ਆਪਣੇ ਆਪ ਨੂੰ ਦੇਹ ਮੰਨਦਾ ਹੈ। ਹਰ ਜੀਵ ਆਪਣੇ ਕਰਮ ਦਾ ਫਲ ਭੋਗਦਾ ਹੈ। ਦੂਜੇ ਨੂੰ ਦੋਸ਼ ਨਾ ਦਿਓ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੇ ਸੰਗ। ਜੇ ਮਨ ਚਿੰਤਾ ਤੋਂ ਕ੍ਰੋਧ ਤੋਂ ਰਹਿਤ ਰਹੇ ਤਾਂ ਦੁੱਖ ਨਹੀਂ ਆਉਂਦੇ। ਪਹਿਲਾਂ ਮਨ ਰੋਗੀ ਹੁੰਦਾ ਹੈ, ਫਿਰ ਸਰੀਰ ਤੇ ਬਿਮਾਰੀਆਂ ਅਤੇ ਦੁੱਖ ਆਉਂਦੇ ਹਨ। ਕ੍ਰੋਧ ਖੂਨ ਦੀ ਗਤੀ ਨੂੰ ਤੇਜ਼ ਕਰ ਦਿੰਦਾ ਏ। ਕ੍ਰੋਧੀ ਨੂੰ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਬੈਠ ਕੇ ਜਾਂ ਕਤਲ ਕਰਕੇ ਜਾਂ ਬੁਰਾ ਕਰਮ ਕਰਕੇ ਬੇਹੋਸ਼ੀ ਵਾਲਾ ਸਾਰੀ ਜ਼ਿੰਦਗੀ ਪਛਤਾਉਣਾ ਪੈਂਦਾ ਹੈ। ਕ੍ਰੋਧੀ ਨੂੰ ਭੁੱਖ ਨਹੀਂ ਲੱਗਦੀ, ਖਾਣਾ ਹਜਮ ਨਹੀਂ ਹੋਵੇਗਾ, ਸਿਰ ਦੁਖੇਗਾ, ਚਿੰਤਾ ਪੈਦਾ ਹੋ ਜਾਵੇਗੀ, ਹਉਕੇ ਆਉਣਗੇ, ਕਿਸੇ ਨਾਲ ਬੋਲਣ ਨੂੰ ਜੀ ਨਹੀਂ ਕਰੇਗਾ, ਸਰੀਰ ਦੇ ਅੰਦਰ ਦੇ ਸੈੱਲ ਜਲ ਜਾਂਦੇ ਹਨ। ਵਾਹਿਗੁਰੂ ਦਾ ਜਾਪ ਸੋਚਣ ਸ਼ਕਤੀ, ਸਹਿਣ ਸ਼ਕਤੀ ਇੰਨੀ ਮਜ਼ਬੂਤ ਕਰ ਦਿੰਦਾ ਏ। ਕੋਈ ਡਰ, ਚਿੰਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜੇ ਵਿਸ਼ੇ, ਸ਼ਬਦ, ਸਪਰਸ਼, ਰੂਪ, ਰਸ, ਗੰਧ, 4 ਅੰਦਰ ਦੀਆਂ ਅਗਨੀਆਂ, ਹੰਸ, ਹੇਤ, ਕੋਪ, ਲੋਪ ਆਦਿ ਸਾਰੇ ਸੰਤੁਲਨ ਵਿੱਚ ਵੱਜ ਜਾਂਦੇ ਹਨ।